ਹੁਣ ਮੈਨੂੰ ਸਭ ਤੋਂ ਪਹਿਲਾਂ ਸਾਰੇ ਟੀਚਰ ਸਾਹਿਬਾਨ ਜਿੰਨੇ ਵੀ ਹਾਜ਼ਰ ਹੈ ਸਾਰਿਆਂ ਨੂੰ ਹੈਪੀ ਟੀਚਰਸ ਡੇ, ਟੀਚਰਸ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਜਿਵੇਂ ਸਾਰੇ ਵਾਰ-ਵਾਰ ਤੁਸੀਂ ਕਹਿ ਰਹੇ ਹੋ, ਸਾਰੇ ਬੜਾ ਚੰਗਾ ਪੱਖ ਜਿਹੜਾ ਹੈ ਅਸੀਂ ਟੀਚਰ ਦਾ ਪੇਸ਼ ਕਰਦੇ ਹਾਂ ਅੱਜ, ਕਿਉਂਕਿ ਮੈਨੇਜਰ ਸਾਹਿਬ ਪਹਿਲਾਂ ਆਏ ਸੀ, ਉਹਨਾਂ ਨੇ ਪਹਿਲਾਂ ਹੀ ਕਿਹਾ ਵੀ ਅੱਜ ਤੁਹਾਡਾ ਦਿਨ ਹੈ। ਤਾਂ ਜਿਹੜਾ ਕਿਸੇ ਦਾ ਦਿਨ ਹੁੰਦਾ ਉਸ ਦਿਨ ਅੱਛਾਈ ਦਾ ਤਾਂ ਦਿਨ ਹੁੰਦਾ ਹੀ ਹੈ, ਕਿਉਂਕਿ ਹਰ ਕਿੱਤਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਅੱਛਾਈ ਨਾਲ ਜੁੜਿਆ ਹੁੰਦਾ ਹੈ। ਜਦੋਂ ਉਹ ਦਿਵਸ ਮਨਾਇਆ ਜਾਂਦਾ ਉਸ ਕਿੱਤੇ ਨਾਲ ਸੰਬੰਧਿਤ, ਜਿਵੇਂ ਅੱਜ ਸਾਡਾ ਅਧਿਆਪਕ ਦਿਵਸ ਹੈ, ਅਸੀਂ ਆਪਦੇ ਆਪ ਨੂੰ ਅਧਿਆਪਕ ਕਹਿੰਦੇ ਹਾਂ ਔਰ ਅਸੀਂ ਅਧਿਆਪਕ ਦਿਵਸ ਸੈਲੀਬ੍ਰੇਟ ਕਰ ਰਹੇ ਹਾਂ, ਤਾਂ ਉਹ ਅੱਛਾਈ ਲਈ ਵਧਾਈਆਂ ਲੈਣ ਦਾ ਸਾਰਿਆਂ ਦਾ ਹੱਕ ਬਣਦਾ ਹੈ। ਸਾਡਾ ਵੀ ਅੱਜ ਹੱਕ ਬਣਦਾ ਹੈ। ਤੁਸੀਂ ਸਾਰਿਆਂ ਨੇ ਵਾਰੀ ਸਿਰ ਅਸੀਂ ਇੱਕ ਦੂਜੇ ਨੂੰ ਔਰ ਵਧਾਈਆਂ ਦਿੱਤੀਆਂ, ਉਹਦੇ ਅਸੀਂ ਹੱਕਦਾਰ ਹਾਂ, ਕਿਉਂਕਿ ਅਸੀਂ ਐਫਰਟ ਕਰਦੇ ਹਾਂ, ਅਸੀਂ ਮਿਹਨਤ ਕਰਦੇ ਹਾਂ ਔਰ ਉਸ ਦੇ ਬਦਲੇ 'ਚ ਇੱਕ ਪ੍ਰੇਜ਼ ਕਹਿ ਲਓ ਜਾਂ ਇੱਕ ਸ਼ਾਬਾਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸਾਰਿਆਂ ਦਾ ਅਧਿਕਾਰ ਬਣਦਾ ਹੈ, ਉਹ ਸਾਡਾ ਵੀ ਹੈ। ਲੇਕਿਨ ਮੈਂ ਇੱਕ ਦੂਸਰੇ ਪੱਖ ਦੀ ਵੀ ਗੱਲ ਜ਼ਰੂਰ ਕਰਨਾ ਚਾਹਾਂਗਾ। ਜਿਸ ਦਿਨ ਸਾਡਾ ਦਿਨ ਹੁੰਦਾ ਜਾਂ ਕਿਸੇ ਵੀ ਕਿੱਤੇ ਦਾ ਦਿਨ ਹੁੰਦਾ, ਉਸ ਦਿਨ ਸਾਨੂੰ ਅੱਛਾਈਆਂ ਤਾਂ ਦਿਖਦੀਆਂ ਹੀ ਆ, ਲੇਕਿਨ ਸਾਨੂੰ ਕੁਛ ਨਾ ਕੁਛ ਚੀਜ਼ਾਂ ਘੋਖਣੀਆਂ ਵੀ ਚਾਹੀਦੀਆਂ ਕਿ ਬਈ ਕੀ ਅਸੀਂ ਇਹ ਕਰਦੇ ਹਾਂ, ਕਿਉਂਕਿ ਹਰ ਕੰਮ ਲਈ ਕੁਛ ਸ਼ਰਤਾਂ ਹੈ, ਕੁਛ ਨਿਯਮ ਹੈ। ਅਸੀਂ ਉਹਨਾਂ ਨਿਯਮਾਂ 'ਚੋਂ ਕਿੰਨੇ % ਪੂਰੇ ਕਰਦੇ ਹਾਂ। ਜਿਵੇਂ ਅਸੀਂ ਬੱਚਿਆਂ ਨੂੰ ਜਦੋਂ ਪਾਸ ਕਰਦੇ ਹਾਂ ਤਾਂ ਅਸੀਂ ਅਗਰ 100 ਨੰਬਰ ਦਾ ਪੇਪਰ ਹੈ, ਅਸੀਂ 35, 33, 40 ਜੋ ਵੀ ਪਾਸ ਦਾ ਕ੍ਰਾਈਟੇਰੀਆ ਹੈ ਉਸ ਨੂੰ ਫੋਲੋ ਕਰਦੇ ਹਾਂ। ਅਗਰ ਕਿਸੇ ਦੇ 40 ਆ ਗਏ, 40 ਵਾਲਾ ਪਾਸ ਹੈ, ਤਾਂ ਉਹ ਅਗਲੀ ਕਲਾਸ ਦੇ ਵਿੱਚ ਬੈਠ ਜਾਂਦਾ ਹੈ। ਇਸੇ ਤਰ੍ਹਾਂ ਅਗਰ 100 ਚੋਂ ਕਿਸੇ ਦੇ 90 ਆ ਗਏ, ਉਹ ਵੀ ਸੇਮ ਕਲਾਸ ਦੇ ਵਿੱਚ ਬੈਠ ਜਾਂਦਾ, ਲੇਕਿਨ ਇੱਕ ਮਿਨੀਮਮ ਕ੍ਰਾਈਟੇਰੀਆ ਰਹਿੰਦਾ। ਤਾਂ ਕੀ ਅਸੀਂ ਮਿਨੀਮਮ ਕ੍ਰਾਈਟੇਰੀਆ ਤੱਕ ਜਾਂਦੇ ਹਾਂ? ਤਾਂ ਇਹ ਚੀਜ਼, ਇਹ ਦਿਨ ਜਿਹੜਾ ਹੈ, ਇਸ ਚੀਜ਼ ਲਈ ਵੀ ਸਾਨੂੰ ਸੋਚਣਾ ਚਾਹੀਦਾ। ਹੁਣ ਮੇਰੇ ਖਿਆਲ ਚਾਹੇ ਵਿੱਚ ਕਈ ਵਿਦਿਆਰਥੀ ਵੀ ਨੇ ਸਾਡੇ, ਲੇਕਿਨ ਐਜ਼ ਏ ਕੁਲੀਗ ਹੀ ਸਾਡੇ ਉਹ ਅੱਜ ਬੈਠੇ ਆ ਸਾਡੇ ਨਾਲ, ਤਾਂ ਸਾਨੂੰ ਥੋੜ੍ਹਾ ਜਿਹਾ ਇਸ ਬਾਰੇ ਕੋਖਣ ਦੀ ਜ਼ਰੂਰਤ ਹੁੰਦੀ ਹੈ। ਇੱਕ ਗੱਲ ਕਿ ਸਾਡੇ ਇੱਕ ਟੀਚਰ ਸੀ, ਉਹ ਕਹਿੰਦੇ ਹੁੰਦੇ ਸੀਗੇ ਕਿ ਵੀ ਮਾਸਟਰ ਜਿਹੜਾ ਮਾਸ ਜਦੋਂ ਟੱਪ ਗਿਆ ਤੇ ਫਿਰ ਆ ਵਾਰੀ ਆ ਗਈ, ਉਹ ਵਾਲਾ ਮਾਸਟਰ। ਮਾਸ ਮਹੀਨੇ ਨੂੰ ਆਪਾਂ ਕਹਿੰਦੇ ਹਾਂ ਹਿੰਦੀ ਦੇ ਵਿੱਚ, ਔਰ ਜਦੋਂ ਮਹੀਨਾ ਟੱਪ ਜਾਂਦਾ ਤਨਖਾਹ ਲੈਣ ਦੀ ਵਾਰੀ ਆ ਜਾਂਦੀ ਹੈ, ਉਸ ਨੂੰ ਉਡੀਕਦਾ, ਉਹ ਵੀ ਮਾਸਟਰ ਹੁੰਦਾ। ਟੀਚਰ ਜਿਹੜਾ ਹੈ, ਉਹ ਜਿਹੜਾ ਟੀ ਪੀ ਲੈਂਦਾ ਹੈ, ਉਹ ਵੀ ਟੀਚਰ ਹੁੰਦਾ ਹੈ। ਪੁਰਾਣਾ ਜਿਹੜਾ ਆਪਾਂ ਇੱਕ ਚੀਜ਼ਾਂ ਨੂੰ ਕਾਊਂਟ ਕਰ ਲੈਂਦੇ ਹਾਂ ਕਿ ਗੁਰੂ ਔਰ ਟੀਚਰ, ਮੇਰੇ ਖਿਆਲ ਉਹਦੇ 'ਚ ਫ਼ਰਕ ਵੀ ਹੁੰਦਾ, ਕਿਉਂਕਿ ਹੁਣ ਅਸੀਂ ਪ੍ਰੋਫੈਸ਼ਨਲ ਲੋਕ ਹਾਂ। ਗੁਰੂ ਉਹ ਲੋਕ ਹੁੰਦੇ ਸੀ ਜਿਹੜੇ, ਕਿਉਂਕਿ ਮੇਰਾ ਸਬਜੈਕਟ ਵੀ ਹਿਸਟਰੀ ਹੈ, ਤਾਂ ਮਹਾਭਾਰਤ ਦੇ ਵਿੱਚ ਜਿਹੜੇ ਦਰੋਣਾਚਾਰਿਆ ਸੀ, ਉਹ ਗੁਰੂ ਸੀ ਕੌਰਵਾਂ ਔਰ ਪਾਂਡਵਾਂ ਦੇ। ਜਦੋਂ ਬਾਦਸ਼ਾਹ, ਰਾਜਾ, ਕਿੰਗ ਉਦੋਂ ਗੁਰੂਆਂ ਦੇ ਆਸ਼ਰਮ 'ਚ ਜਾਂਦੇ ਸੀ। ਆਸ਼ਰਮ ਹੁੰਦੇ ਸੀ, ਗੁਰੂਕੁਲ ਸਿਸਟਮ ਚੱਲਦਾ ਸੀ, ਉੱਥੇ ਸ਼ਿਸ਼ਿਆਂ ਨੂੰ ਪੜ੍ਹਾਇਆ ਜਾਂਦਾ ਸੀ। ਰਾਜੇ ਦੇ ਜਿਹੜੇ ਬੱਚੇ ਹੈ ਉਹ ਵੀ ਉੱਥੇ ਆ ਕੇ, ਰਾਜਕੁਮਾਰ ਰਾਜਕੁਮਾਰੀਆਂ ਉੱਥੇ ਆ ਕੇ ਉਹ ਪੜ੍ਹਦੇ ਸੀ, ਦਿਨ ਰਾਤ ਰਹਿੰਦੇ ਸੀ ਉੱਥੇ ਹੀ ਔਰ ਗੁਰੂ ਦੀ ਸੇਵਾ ਕਰਦੇ ਸੀ, ਗੁਰੂ ਕੋਲੋਂ ਗਿਆਨ ਪ੍ਰਾਪਤ ਕਰਦੇ ਸੀ। ਔਰ ਜਦੋਂ ਰਾਜਾ ਗੁਰੂ ਦੇ ਆਸ਼ਰਮ 'ਚ ਐਂਟਰ ਕਰਦਾ ਸੀ ਤਾਂ ਐਂਟਰ, ਜਿਵੇਂ ਆ ਦਰਵਾਜ਼ਾ ਐਂਟਰ ਕਰਨ ਲੱਗਿਆ, ਉਹਦਾ ਜਿਹੜਾ ਮੁਕਟ ਹੈ ਉਹ ਲਾਹ ਕੇ ਆਪਦੇ ਜਿਹੜਾ ਵੀ ਉਹ ਵਜ਼ੀਰ ਜੋ ਵੀ ਉਹਦਾ ਨਾਲ ਹੁੰਦਾ ਸੀ ਸਾਥੀ, ਉਹਨੂੰ ਫੜਾ ਦਿੰਦਾ ਸੀ ਐਜ਼ ਅ ਰਿਸਪੈਕਟ, ਕਿ ਬਈ ਅਸੀਂ ਸਨਮਾਨ ਕਰਦੇ ਹਾਂ ਉਸ ਗੁਰੂ ਦਾ ਜਿਸ ਦੇ ਅਸੀਂ ਹੁਣ ਆਸ਼ਰਮ 'ਚ ਯਾਨੀ ਸਕੂਲ 'ਚ ਜਾ ਰਹੇ ਹਾਂ, ਐਂਟਰ ਕਰ ਰਹੇ ਹਾਂ। ਉਹ ਗੁਰੂ ਲੋਕ ਹੁੰਦੇ ਸੀ। ਲੇਕਿਨ ਹੁਣ ਅਸੀਂ ਕੀ ਉਸ ਲੈਵਲ 'ਤੇ ਹੈਗੇ ਹਾਂ ਕਿ ਨਹੀਂ, ਇਹ ਥੋੜ੍ਹਾ ਜਿਹਾ ਸਾਨੂੰ ਵਿਚਾਰਨ ਦੀ ਲੋੜ ਹੈ। ਮੈਂ ਬਹੁਤਾ ਡੀਪ ਨਹੀਂ ਜਾਣਾ, ਲੇਕਿਨ ਇੱਕ ਸਵਾਲ ਛੱਡਣਾ ਤੁਹਾਡੇ 'ਚ ਮੈਂ ਚਾਹੁੰਦਾ ਕਿ ਕੀ ਅਸੀਂ ਉਸ ਲੈਵਲ 'ਤੇ ਹਾਂ। ਹੁਣ ਦੂਸਰੀ ਇੱਕ ਚੀਜ਼, ਗੁਰੂ ਜਿਹੜਾ ਉਹ ਗਿਆਨ ਦਿੰਦਾ ਹੈ, ਟੀਚਰ ਜਿਹੜਾ ਹੈ ਉਹ ਅਸੀਂ ਅੱਜ ਕੱਲ੍ਹ ਟੀਚਰ ਸ਼ਬਦ ਜਿਹੜਾ ਇਸਤੇਮਾਲ ਕਰ ਲੈਂਦੇ ਹਾਂ, ਹੈਪੀ ਟੀਚਰਸ ਜੇ ਅਸੀਂ ਕਹਿ ਰਹੇ ਹਾਂ, ਤਾਂ ਉਹਦਾ ਕੰਮ ਇਨਫੋਰਮੇਸ਼ਨ ਪਾਸ ਕਰਨਾ ਜ਼ਿਆਦਾ ਹੋ ਗਿਆ ਹੈ ਗਿਆਨ ਦੀ ਬਜਾਏ। ਗਿਆਨ ਔਰ ਇਨਫੋਰਮੇਸ਼ਨ 'ਚ ਅੰਤਰ ਮੋਟੇ ਜਿਹਾ ਇੱਕ ਲਾਈਨ 'ਚ ਦੱਸਾਂਗਾ ਵੀ ਇਨਫੋਰਮੇਸ਼ਨ ਅਸੀਂ ਗੂਗਲ 'ਤੇ ਸਰਚ ਕਰਦੇ ਹਾਂ, ਉਹੀ ਟੀਚਰ ਦੱਸ ਦਿੰਦਾ। ਗਿਆਨ ਜਿਹੜਾ ਹੈ, ਜਿਹੜਾ ਤੁਸੀਂ ਕਿਸੇ ਬੱਚੇ ਨੂੰ ਕਲਾਸ 'ਚ ਕੁਛ ਪੜ੍ਹਾ ਰਹੇ ਹੋ, ਉਸ ਤੋਂ ਇਲਾਵਾ ਕੁਛ ਲਾਈਫ ਉਹਨੂੰ ਦੇ ਰਹੇ ਹੋ, ਕਿ ਕੋਈ ਲਾਈਫ ਵਾਲੀ ਗੱਲ ਉਹਨੂੰ ਦੇ ਰਹੇ ਹੋ ਤੁਸੀਂ, ਕਿ ਬਈ ਉਹਦੇ ਲਾਈਫ 'ਚ ਕੰਮ ਆਏ। ਮੈਂ ਹਿਸਟਰੀ ਦਾ ਟੀਚਰ ਹਾਂ, ਤਾਂ ਬੱਚੇ ਕਈ ਵਾਰੀ ਮੈਨੂੰ ਪੁੱਛਦੇ ਹੈ ਕਿ ਜੀ ਤੁਸੀਂ ਆ ਅਕਬਰ ਪੜ੍ਹਾਈ ਜਾਂਦੇ ਹੋ, ਸੌਰੀ ਮਹਾਰਾਜਾ ਰਣਜੀਤ ਸਿੰਘ ਪੜ੍ਹਾਈ ਜਾਂਦੇ ਹੋ, ਜਾਂ ਕੋਈ ਹੋਰ ਰਾਜਾ ਮਹਾਰਾਜਾ ਇਹ ਕਿਸੇ ਸੁਣਾਈ ਜਾਂਦੇ ਹੋ, ਐਕਚੁਅਲੀ ਇਹਦਾ ਲਾਭ ਹੈ ਕੀ, ਇਹ ਕਿਉਂ ਪੜ੍ਹਦੇ ਆ? ਅੱਗੇ ਕੰਮ ਤਾਂ ਆਉਂਦੇ ਨਹੀਂਗੇ। ਹੁਣ ਮੰਨ ਲਓ ਕਿਸੇ ਨੇ ਸ਼ੌਪਕੀਪਰ ਬਣਨਾ ਹੈ, ਕਿਸੇ ਨੇ ਕੋਈ ਹੋਰ ਬਿਜ਼ਨਸ ਕਰਨਾ ਹੈ, ਕਿਸੇ ਨੇ ਕੋਈ ਜੌਬ ਕਰਨੀ ਹੈ,
ਤਾਂ ਉਹ ਉਹਨੂੰ ਹਿਸਟਰੀ ਹੁਣ ਅਗਰ ਪੜ੍ਹ ਰਹੇ ਆ ਜਾਂ ਐਸੇ ਸਬਜੈਕਟ ਪੜ੍ਹ ਰਹੇ, ਉਹਦਾ ਕੀ ਲਾਭ ਕੀ ਹੈ? ਇਹ ਤੁਸੀਂ ਕਿਉਂ ਪੜ੍ਹਾਈ ਜਾਂਦੇ ਹੋ? ਮੈਥ ਵੀ ਪੜ੍ਹਾ ਰਹੇ ਹੋ, ਹਿਸਟਰੀ ਵੀ ਪੜ੍ਹਾ ਰਹੇ ਹੋ, ਹਿੰਦੀ ਵੀ ਪੜ੍ਹਾ ਰਹੇ ਹੋ, ਔਰ ਹੋਰ ਜਿਹੜੇ ਸਬਜੈਕਟ ਹੈ ਉਹ ਵੀ ਪੜ੍ਹਾ ਰਹੇ ਹੋ, ਇਹ ਕਿਉਂ ਅਸੀਂ ਪੜ੍ਹਾਉਂਦੇ? ਤਾਂ ਐਕਚੁਅਲੀ ਲਾਈਫ ਜਿਹੜੀ ਹੈ ਉਹਦੇ ਵਿੱਚ ਉਹ ਚੀਜ਼ਾਂ ਐਵੇਂ ਨਹੀਂ ਆਉਂਦੀਆਂ ਜਿਵੇਂ ਬੱਚਿਆਂ ਨੂੰ ਅਸੀਂ ਕਲਾਸ 'ਚ ਪੜ੍ਹਾਉਂਦੇ ਹਾਂ। ਉਹ ਜਿਹੜੀ ਚੀਜ਼ ਅਸੀਂ ਪੜ੍ਹਾਉਂਦੇ ਹਾਂ ਓਵਰਆਲ ਉਹਦੇ ਮਾਈਂਡ ਵਿੱਚ ਉਹ ਚੱਲਦੀ ਹੈ, ਔਰ ਮਾਈਂਡ ਦੇ ਵਿੱਚੋਂ ਕੀ ਨਿਕਲਦਾ, ਜੋ ਲਾਈਫ ਵਿੱਚ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਉਹ ਕਿਵੇਂ ਉਹਨਾਂ ਨੂੰ ਸੌਰਟ ਆਊਟ ਕਰਦਾ। ਇਹ ਅਸੀਂ ਅਗਰ ਪੜ੍ਹਾ ਪਾਉਂਦੇ ਹਾਂ ਫਿਰ ਅਸੀਂ ਟੀਚਰ ਕਹਿਲਾਉਣ ਦੇ ਅਧਿਕਾਰੀ ਜ਼ਰੂਰ ਹੈਗੇ ਆ। ਅਗਰ ਕੋਈ ਬੱਚਾ ਆ ਕੇ ਕਹਿੰਦਾ ਕਿ ਬਈ ਤੁਹਾਡੀ ਵਜ੍ਹਾ ਨਾਲ ਮੈਂ ਇਹ ਚੀਜ਼ ਕਰ ਪਾਇਆ, ਤਾਂ ਇਹਦਾ ਮਤਲਬ ਹੈ ਤੁਸੀਂ ਟੀਚਰ ਦੀ ਪਹਿਲੀ ਪੌੜੀ ਚੜ੍ਹ ਰਹੇ ਹੋ। ਔਰ ਅਗਰ ਉਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਤੁਸੀਂ ਉਹਨਾਂ 'ਚ ਜੀਵਨ ਫੂਕ ਸਕਦੇ ਹੋ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹੁੰਦੇ ਸੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਰਣਜੀਤ ਨਗਾੜਾ, ਯਾਨੀ ਗੁਰੂ ਗੋਬਿੰਦ ਸਿੰਘ ਜੀ ਜੋ ਫੂਕ ਯਾਨੀ ਮੇਰੇ 'ਚ ਨਗਾੜੇ 'ਚ ਰਣਜੀਤ ਨਗਾੜਾ, ਯਾਨੀ ਉਹ ਖੁਦ ਨੂੰ ਨਗਾੜਾ ਕਹਿੰਦੇ ਸੀ, ਮੇਰੇ 'ਚ ਜੈਸੀ ਉਹ ਫੂਕ ਮਾਰਦੇ ਆ ਵੈਸਾ ਮੈਂ ਆਵਾਜ਼ ਕਰਦਾ, ਵੈਸਾ ਮੈਂ ਐਕਟ ਕਰਦਾ। ਤਾਂ ਅਸੀਂ ਕੀ ਉਸ ਬੱਚੇ ਦੀ ਲਾਈਫ 'ਚ ਉਹ ਫੂਕ ਮਾਰ ਪਾਉਂਦੇ ਹਾਂ? ਤਾਂ ਅਗਰ ਮਾਰ ਪਾਉਂਦੇ ਹਾਂ ਤਾਂ ਫਿਰ ਅਸੀਂ ਟੀਚਰ ਕਹਿਲਾਉਣ ਦੇ ਜ਼ਰੂਰ ਅਧਿਕਾਰੀ ਹਾਂ। ਫਿਰ ਅਸੀਂ ਇੱਕ ਅਗਲਾ ਸਟੈਪ ਵੀ ਚੜ੍ਹਦੇ ਜਾਂਦੇ ਹਾਂ। ਤਾਂ ਇਸ ਤਰ੍ਹਾਂ ਟੀਚਰ ਬਣਨ ਦੇ ਵੀ ਕੁਝ ਸਟੈਪ ਹੈਗੇ ਹੈ, ਤਾਂ ਟੀਚਰ ਬਣਨ ਦੇ ਵੀ ਲੈਵਲ ਹੈਗੇ। ਅਸੀਂ ਕਿਸ ਲੈਵਲ 'ਤੇ ਆਪਦੇ ਆਪ ਨੂੰ ਰੱਖਦੇ ਹਾਂ, ਇਹ ਬੜਾ ਖਾਸ ਚੀਜ਼ ਹੈ। ਔਰ ਇੱਥੇ ਇਹ ਚੀਜ਼ ਹੈ, ਅਗਰ ਅਸੀਂ ਐਕਚੁਅਲੀ ਜਿਸ ਚੀਜ਼ ਨੂੰ ਡਿਜ਼ਰਵ ਕਰਦੇ ਹਾਂ ਅਸੀਂ ਆਪਦਾ ਲੈਵਲ ਉਹੀ ਰੱਖਦੇ ਹਾਂ, ਤਾਂ ਫਿਰ ਤਰੱਕੀ ਦਾ ਰਸਤਾ ਵੀ ਸਾਡੇ ਲਈ ਖੁੱਲ੍ਹਦਾ। ਅਗਰ ਮੈਂ ਕਹਿੰਦਾ ਮੈਂ ਬਹੁਤ ਵੱਡਾ ਅਧਿਆਪਕ ਹਾਂ ਤਾਂ ਮੇਰੇ ਲਈ ਤਰੱਕੀ ਦਾ ਰਸਤਾ ਬੰਦ ਹੈ। ਔਰ ਅਗਰ ਮੈਂ ਇਹ ਕਹਿੰਦਾ ਮੈਂ ਅਧਿਆਪਕ ਤਾਂ ਹੈਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਸਟੂਡੈਂਟ ਵੀ ਹਾਂ, ਤਾਂ ਫਿਰ ਮੇਰੇ ਲਈ ਤਰੱਕੀ ਦਾ ਰਸਤਾ ਖੁੱਲ੍ਹ ਸਕਦਾ। ਫਿਰ ਮੈਂ ਐਕਚੁਅਲੀ ਟੀਚਰ ਬਣਨ ਦੀ ਯੋਗਤਾ ਦੀ ਸ਼ੁਰੂਆਤ ਤਾਂ ਕਰ ਸਕਦਾ। ਯੋਗ ਹੈਗਾ ਕਿ ਨਹੀਂ ਤਾਂ ਸਮਾਂ ਦੱਸੂਗਾ, ਲੋਕ ਦੱਸਣਗੇ, ਔਰ ਸੁਸਾਇਟੀ 'ਚ ਜਿਹੜੀ ਸਾਡੀ ਫੂਕ ਮਾਰੀ ਹੋਈ ਹੈ ਉਹਦੀ ਆਵਾਜ਼ ਦੱਸੂਗੀ ਕਿ ਅਸੀਂ ਕਰ ਪਾਏ ਕਿ ਨਹੀਂ ਕਰ ਪਾਏ। ਹਰ ਥਾਂ ਤੋਂ ਸਿੱਖਣਾ, ਕਲਾਸਰੂਮ ਦੇ ਵਿੱਚ ਇਹ ਹੁਣ ਮੇਰੇ ਸਾਥੀ ਅਧਿਆਪਕ ਗੱਲ ਕਰਕੇ ਗਏ ਹੈ, ਅਧਿਆਪਕਾਂ ਤੋਂ ਸਿੱਖਦੇ ਹਾਂ ਅਸੀਂ, ਆਪਦੇ ਜਿਨ੍ਹਾਂ ਤੋਂ ਅਸੀਂ ਪੜ੍ਹੇ ਹਾਂ, ਅਸੀਂ ਸੁਸਾਇਟੀ ਤੋਂ ਸਿੱਖਦੇ ਹਾਂ, ਅਸੀਂ ਆਪਦੇ ਬੱਚਿਆਂ ਤੋਂ ਸਿੱਖਦੇ ਹਾਂ, ਅਸੀਂ ਕਲਾਸਰੂਮ 'ਚ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਉਹਨਾਂ ਤੋਂ ਸਿੱਖਦੇ ਹਾਂ, ਅਸੀਂ ਸੁਸਾਇਟੀ ਜਿਸ ਤਰ੍ਹਾਂ ਸਾਡੇ ਨਾਲ ਬਿਹੇਵ ਕਰਦੀ ਹੈ ਅਸੀਂ ਉਹਦੇ ਤੋਂ ਸਿੱਖਦੇ ਹਾਂ। ਹਰ ਚੀਜ਼ ਕੈਂਥ ਸਾਹਿਬ ਬੈਠੇ ਇਹਨਾਂ ਨੇ ਜਦੋਂ ਸੰਧੂ ਸਾਹਿਬ ਕਹਿ ਰਹੇ ਸੀ ਮੈਂ ਤਾਂ ਟੀਚਰ ਨਹੀਂ ਤੁਹਾਡਾ ਦੇਣਾ, ਤਾਂ ਇਹ ਕਹਿੰਦੇ ਸੀ ਤੁਸੀਂ ਗਾਈਡ ਹੋ। ਤਾਂ ਗਾਈਡ ਜਿਹੜਾ ਹੈ ਉਹ ਵੀ ਇੱਕ ਤਰ੍ਹਾਂ ਦਾ ਟੀਚਰ ਹੀ ਹੈ। ਸਮਾਂ ਸਭ ਤੋਂ ਵੱਡਾ ਟੀਚਰ ਹੈ, ਅਸੀਂ ਨਿੱਕੇ ਨਿੱਕੇ ਟੀਚਰ ਹਾਂ। ਤਾਂ ਸਿੱਖਣ ਲਈ ਜਿਹੜਾ ਤਿਆਰ ਰਹਿੰਦਾ ਕਿਸੇ ਵੀ ਚੀਜ਼ ਤੋਂ, ਛੋਟੇ ਤੋਂ ਜਾਂ ਵੱਡੇ ਤੋਂ, ਹਾਲਾਤ ਤੋਂ ਜਾਂ ਵਿਅਕਤੀ ਤੋਂ। ਅੱਛਾਈ ਸਾਡੇ ਲਈ ਕੀ ਹੈ? ਅਗਰ ਮੇਰੇ ਨਾਲ ਕੁਝ ਮਾੜਾ ਹੋ ਗਿਆ ਉਹਦੇ 'ਚ ਮੇਰੇ ਲਈ ਚੰਗਾ ਕੀ ਹੈ, ਹੁਣ ਨੈਕਸਟ ਟਾਈਮ ਉਹਨੂੰ ਮੈਂ ਕਿਵੇਂ ਯੂਜ਼ ਕਰਨਾ ਹੈ। ਅਗਰ ਇਸ ਚੀਜ਼ ਲਈ ਤੁਸੀਂ ਤਿਆਰ ਹੋ ਫਿਰ ਤੁਸੀਂ ਟੀਚਰ ਦੀ ਪਹਿਲੀ ਪੌੜੀ ਚੜ੍ਹ ਸਕਦੇ ਹੋ। ਦੂਸਰੀ ਇੱਕ ਕਹਿੰਦੇ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਟੀਚਰ 'ਚ ਹੋਣੀ ਚਾਹੀਦੀ ਹੈ ਉਹ ਹੈ ਕਮਿਊਨੀਕੇਸ਼ਨ, ਸੰਪ੍ਰੇਸ਼ਣ। ਮੇਰੇ ਖਿਆਲ ਹਿੰਦੀ 'ਚ ਜੇਕਰ ਮੈਂ ਸਹੀ ਬੋਲ ਰਿਹਾ ਤਾਂ ਵਿਚਾਰਾਂ ਦਾ ਕਿਸੇ ਨੂੰ ਅਹਿਸਾਸ ਕਰਾਉਣਾ ਔਰ ਉਹਦੇ ਤੱਕ ਉਹਨਾਂ ਨੂੰ ਪਾਸ ਆਊਟ ਕਰ ਦੇਣਾ। ਕਮਿਊਨੀਕੇਸ਼ਨ ਆਪਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ, ਕਮਿਊਨੀਕੇਸ਼ਨ ਸਕਿੱਲਸ ਅੱਜ ਕੱਲ੍ਹ ਕਹਿ ਦਿੰਦੇ ਹਾਂ। ਅਸੀਂ ਕੀ ਕਹਿਣਾ ਚਾਹੁੰਦੇ ਹਾਂ, ਅਸੀਂ ਕੀ ਕਹਿ ਰਹੇ ਹਾਂ, ਔਰ ਸਾਡੀ ਗੱਲ ਦਾ ਅਰਥ ਕੀ ਹੈ, ਕਲਾਸਰੂਮ ਦੇ ਵਿੱਚ ਵੀ ਔਰ ਕਲਾਸਰੂਮ ਦੇ ਬਾਹਰ ਵੀ, ਸਾਡੇ ਕੁਲੀਗਸ ਨਾਲ ਵੀ, ਸਾਡੇ ਸਟੂਡੈਂਟਸ ਨਾਲ ਵੀ, ਔਰ ਸਾਡੀ ਕਮੇਟੀ ਨਾਲ ਵੀ ਜਾਂ ਸਾਡੀ ਸੁਸਾਇਟੀ ਨਾਲ ਵੀ ਅਸੀਂ ਪਾਸ ਕਰ ਪਾ ਰਹੇ ਹਾਂ ਪ੍ਰੋਪਰ, ਤਾਂ ਫਿਰ ਅਸੀਂ ਟੀਚਰ ਦਾ ਇੱਕ ਹੋਰ ਸਟੈਪ ਜਿਹੜਾ ਉਹ ਪਾਸ ਕਰ ਸਕਦੇ ਹਾਂ। ਇੱਥੇ ਇਹ ਚੀਜ਼ ਹੈ, ਕਈ ਵਾਰੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਬਈ ਮੈਂ ਆਹ ਤਾਂ ਮੈਂ ਕਿਹਾ ਨਹੀਂ ਸੀ, ਅਸਲ 'ਚ ਤੁਸੀਂ ਇਹਨਾਂ ਹੋਰ ਸਮਝ ਲਿਆ, ਮੈਂ ਵੈਸੇ ਐਂ ਨਹੀਂ ਸੀ ਕਿਹਾ, ਮੈਂ ਤਾਂ ਐਂ ਕਿਹਾ ਸੀ। ਇਹਦਾ ਮਤਲਬ ਹੈ ਕਿਧਰੇ ਨਾ ਕਿਧਰੇ ਸਾਡਾ ਜਿਹੜਾ ਉਹ ਕਮਿਊਨੀਕੇਸ਼ਨ ਦਾ ਸਿਸਟਮ ਹੈ ਉਹ ਸਹੀ ਨਹੀਂ ਹੈ। ਕਈ ਵਾਰੀ ਅਸੀਂ ਕੀ ਹੁੰਦਾ, ਅਸੀਂ ਟੀਚਰ ਲੋਕ ਜਿਹੜੇ ਹੁੰਦੇ ਆ, ਅਸੀਂ ਆਪਦੇ ਆਪ ਨੂੰ ਹੁਣ ਦੇਖੋ ਕਦੇ ਨਾ ਕਦੇ ਕਈ ਚੀਜ਼ਾਂ ਦੀ ਫੀਲਿੰਗ ਮਨ ਦੇ ਅੰਦਰ ਆ ਜਾਂਦੀ ਹੈ, ਤਾਂ ਜਿਹੜਾ ਟੀਚਰ ਹੈ ਉਹ ਆਪਦੇ ਆਪ ਨੂੰ ਟੀਚਰ ਹੀ ਸਮਝ ਲੈਂਦਾ ਸਟੂਡੈਂਟ ਤੋਂ ਪਹਿਲਾਂ। ਤਾਂ ਫਿਰ ਅਗਰ ਕਿਸੇ ਤੋਂ ਕੋਈ ਚੀਜ਼ ਪੁੱਛਣੀ ਹੈ ਤਾਂ ਅਸੀਂ ਕਹਿੰਦੇ ਹਾਂ ਵੀ ਉਹ ਕੀ ਕਹੇਗਾ, ਉੱਥੇ ਉਹ ਕਮਿਊਨੀਕੇਸ਼ਨ ਸਕਿੱਲ ਦਾ ਜਿਹੜਾ ਇੱਕ ਉਹ ਰਸਤਾ ਹੈ ਉਹ ਅਸੀਂ ਬਲੌਕ ਕਰ ਲੈਂਦੇ ਹਾਂ, ਅਤੇ ਉੱਥੇ ਟੀਚਰ ਬਣਨ ਦਾ ਰਸਤਾ ਵੀ ਸਾਡਾ ਬਲੌਕ ਹੋ ਜਾਂਦਾ। ਫਿਰ ਅਸੀਂ ਕਹਿਣ ਨੂੰ ਤਾਂ ਟੀਚਰ ਬਣਦੇ ਹਾਂ, ਅਸਲ 'ਚ ਟੀਚਰ ਨਹੀਂ ਹੁੰਦੇ। ਇੱਕ ਚੀਜ਼ ਹੋਰ ਇੱਥੇ ਮੈਨੂੰ ਲੱਗਦਾ ਹੈ, ਕਈ ਚੀਜ਼ਾਂ ਜਿਹੜੀਆਂ ਅਸੀਂ ਐਜ਼ ਏ ਟੀਚਰ ਕਰਦੇ ਹਾਂ, ਨੀਤੂ ਮੈਡਮ ਬੋਲ ਰਹੇ ਸੀ ਸ਼ਬਦ ਦਾ ਇਸਤੇਮਾਲ ਉਹਨਾਂ ਨੇ ਕੀਤਾ ਵੀ ਐਜ਼ ਏ ਟੀਚਰ,
एज ए टीचर ਅਸੀਂ ਕਈ ਐਸੇ ਕੰਮ ਕਰਦੇ ਹਾਂ ਜੋ ਵਾਸਤਵ 'ਚ ਸ਼ਾਇਦ ਅਸੀਂ ਖੁਦ ਨਹੀਂ ਕਰਦੇ। ਕਲਾਸ ਦੇ ਵਿੱਚ ਜਿਹੜੇ ਬੱਚੇ ਹੈ ਉਹ ਕਈ ਚੀਜ਼ਾਂ ਜਿਵੇਂ ਛੋਟੇ ਬੱਚੇ ਪਹਿਲਾਂ ਪੂਰੇ ਸੀ ਐਜ਼ ਏ ਸ਼ਬਦ ਦਾ ਇਸਤੇਮਾਲ ਟੀਚਰ ਐਜ਼ ਏ ਟੀਚਰ ਅਸੀਂ ਕਈ ਐਸੇ ਕੰਮ ਕਰਦੇ ਹਾਂ ਜੋ ਵਾਸਤਵ 'ਚ ਸ਼ਾਇਦ ਅਸੀਂ ਖੁਦ ਨਹੀਂ ਕਰਦੇ। ਕਲਾਸ ਦੇ ਵਿੱਚ ਜਿਹੜੇ ਬੱਚੇ ਹੈ ਉਹ ਕਈ ਚੀਜ਼ਾਂ ਜਿਵੇਂ ਛੋਟੇ ਬੱਚੇ ਪਹਿਲਾਂ ਸੰਦੀਪ ਇੱਥੇ ਬੈਠੀ ਹੈ ਹਾਂ ਸੰਦੀਪ ਕਹਿ ਰਹੀ ਸੀਗੀ ਵੀ ਮੈਡਮ ਕਿਸ ਤਰ੍ਹਾਂ ਦਾ ਸੂਟ ਪਾ ਕੇ ਆਉਂਦੇ ਸੀ ਜਾਂ ਜਿੰਨੇ ਵੀ ਟੀਚਰਾਂ ਕੋਲੋਂ ਪੜ੍ਹੀ ਹੈ ਤਾਂ ਅਸੀਂ ਇੱਕ ਇੱਕ ਚੀਜ਼ ਨੋਟ ਕਰਦੇ ਸੀ। ਦੇਖੋ ਬੱਚੇ ਹਰ ਚੀਜ਼ ਨੋਟਿਸ ਕਰਦੇ ਹੈ ਨਿੱਕੀ ਤੋਂ ਨਿੱਕੀ ਔਰ ਜਿਹੜਾ ਸਭ ਤੋਂ ਛੋਟਾ ਬੱਚਾ ਹੋਏਗਾ ਉਹ ਸਭ ਤੋਂ ਜ਼ਿਆਦਾ ਨੋਟਿਸ ਕਰਦਾ। ਕਈ ਵਾਰੀ ਅਸੀਂ ਇਹੀ ਸਮਝਦੇ ਹਾਂ ਵੀ ਇਹ ਤਾਂ ਫਸਟ ਸਟੈਂਡਰਡ ਕਲਾਸ ਹੈ ਸੈਕਿੰਡ ਵਾਲੇ ਬੱਚੇ ਹੈ ਔਰ ਮੈਂ ਕੋਈ ਗੱਲ ਨਹੀਂ ਇਹ ਕੰਮ ਮੈਂ ਕਲਾਸ 'ਚ ਕਰ ਲਵਾਂ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਛੋਟੇ ਇਹਨਾਂ ਨੂੰ ਜ਼ਿਆਦਾ ਸਮਝ ਨਹੀਂ। ਐਕਚੁਅਲੀ ਉਹ ਜ਼ਿਆਦਾ ਸਾਨੂੰ ਵਾਚ ਕਰਦੇ ਹੈ। ਜਿਹੜੇ ਵੱਡੇ ਹੈ ਅਸੀਂ ਸਮਝਦੇ ਹਾਂ ਇਹ ਵੱਡੇ ਇਹਨਾਂ ਨੂੰ ਜ਼ਿਆਦਾ ਸਮਝ ਆ ਉਹ ਤਾਂ ਆਪਦੇ ਕੰਮਾਂ 'ਚ ਲੱਗ ਜਾਂਦੇ ਹੈ। ਅਗਰ ਅਸੀਂ ਕਦੇ ਕੋਈ ਕੰਮ ਕਰਨ ਲੱਗਦੇ ਹਾਂ ਉਹ ਸਾਨੂੰ ਸ਼ਾਇਦ ਇੰਨਾ ਨੋਟਿਸ ਨਹੀਂ ਕਰਦੇ ਜਿੰਨਾ ਛੋਟੇ ਬੱਚੇ ਨੋਟਿਸ ਕਰਦੇ ਹੈ। ਤਾਂ ਸਾਡੀ ਛੋਟੀ ਛੋਟੀ ਗੱਲ ਸਾਨੂੰ ਟੀਚਰ ਹੋਣਾ ਜਾਂ ਟੀਚਰ ਹੋਣ ਤੋਂ ਦੂਰ ਲੈ ਕੇ ਜਾਣ 'ਚ ਮਦਦ ਕਰਦੀ ਹੈ। ਅਸੀਂ ਕਲਾਸ 'ਚ ਅਗਰ ਬੱਚਿਆਂ ਦੇ ਸਾਹਮਣੇ ਕੋਈ ਗੱਲ ਫੋਨ 'ਤੇ ਕਰਦੇ ਹੋਏ ਕਹਿ ਰਹੇ ਹਾਂ ਤਾਂ ਬੱਚਾ ਉਹ ਵੀ ਨੋਟਿਸ ਕਰਦਾ। ਅਸੀਂ ਕਿਸ ਤਰ੍ਹਾਂ ਕਲਾਸਰੂਮ ਦੇ ਵਿੱਚ ਖੜ੍ਹੇ ਹੋਏ ਹਾਂ ਬੱਚਾ ਉਹ ਵੀ ਨੋਟਿਸ ਕਰਦਾ। ਅਸੀਂ ਕਿਸ ਤਰ੍ਹਾਂ ਬੈਠ ਰਹੇ ਹਾਂ ਸਾਡਾ ਬੋਲਣ ਦਾ ਲਹਿਜਾ ਕੈਸਾ ਹੈ ਬੱਚਾ ਹਰ ਚੀਜ਼ ਨੋਟਿਸ ਕਰਦਾ ਹੈ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਅਗਰ ਸੰਦੀਪ ਕਰਦੀ ਸੀ ਤਾਂ ਤੁਸੀਂ ਸਾਰੇ ਵੀ ਮੇਰੇ ਸਮੇਤ ਅਸੀਂ ਸਾਰੇ ਆਪਦੇ ਟੀਚਰਸ ਨੂੰ ਕਿਸੇ ਨਾ ਕਿਸੇ ਰੂਪ 'ਚ ਕਿਸੇ ਨਾ ਕਿਸੇ ਸਟਾਈਲ ਆਈਕਨ ਦੇ ਰੂਪ 'ਚ ਕਾਪੀ ਕਰਦੇ ਰਹੇ ਹਾਂ ਔਰ ਉਹਨਾਂ ਦਾ ਅਸਰ ਸਾਡੀ ਪਰਸਨੈਲਿਟੀ ਦੇ ਵਿੱਚ ਓਵਰਆਲ ਨਜ਼ਰ ਆਉਂਦਾ ਕਿਧਰੇ ਨਾ ਕਿਧਰੇ ਦਿਖਦਾ। ਤਾਂ ਇਸ ਕਰਕੇ ਇਹ ਹਰ ਚੀਜ਼ ਹੁਣ ਮੈਂ ਅਗਰ ਸਕੂਲ ਦੇ ਵਿੱਚ ਮੈਨੂੰ ਇੱਕ ਦਿਨ ਇਹ ਕਹਿ ਰਹੇ ਸੀ ਜੀ ਤੁਸੀਂ ਕਹਾਣੀਆਂ ਬੜੀਆਂ ਸੁਣਾਉਂਦੇ ਹੁੰਦੇ ਸੀ ਪਹਿਲਾਂ ਸਾਨੂੰ ਯਾਦ ਹੈ ਸਟੇਜ ਲੱਗਦੀ ਸੀ ਮੈਂ ਤਾਂ ਉਹ ਦਿਨਾਂ ਨੂੰ ਯਾਦ ਕਰਦਾ ਜਦੋਂ ਸਟੇਜ ਲੱਗਦੀ ਹੁੰਦੀ ਸੀ ਮੇਰਾ ਬੜਾ ਵਧੀਆ ਸਵੇਰੇ ਸਵੇਰੇ ਮਨ ਲੱਗਦਾ ਸੀ। ਸੁਬਾਹ ਕਈ ਵਾਰੀ ਆਈਦਾ ਕਈ ਵਾਰੀ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਮਾਹੌਲ 'ਚੋਂ ਅਸੀਂ ਨਿਕਲ ਕੇ ਸਕੂਲ ਪਹੁੰਚਦੇ ਹਾਂ। ਕਈ ਵਾਰੀ ਪਿਛਲੇ ਦਿਨ ਦੀ ਵੀ ਕੋਈ ਅਸਰ ਚੜ੍ਹਿਆ ਹੁੰਦਾ ਔਰ ਕਈ ਵਾਰੀ ਰਸਤੇ 'ਚ ਕੋਈ ਮਿਲ ਜਾਂਦਾ ਕਈ ਵਾਰੀ ਆਉਂਦਿਆਂ ਮਿਲ ਜਾਂਦਾ। ਜਦੋਂ ਸਟੇਜ 'ਤੇ ਚੜ੍ਹ ਕੇ ਬੋਲਦੇ ਸੀ ਤਾਂ ਮੈਂ ਆਪਦੀ ਗੱਲ ਤਾਂ ਜ਼ਰੂਰ ਕਰ ਸਕਦਾ ਕਿ ਬੜੀਆਂ ਚੀਜ਼ਾਂ ਦਿਮਾਗ 'ਚੋਂ ਨਿਕਲ ਜਾਂਦੀਆਂ ਸੀ। ਜਿਹੜਾ ਡਸਟ ਸੀ ਉਹ ਡਸਟਬੀਨ 'ਚ ਚਲਾ ਜਾਂਦਾ ਸੀ ਲੇਕਿਨ ਸਟੇਜ ਤੋਂ ਜਦੋਂ ਪਾਸੇ ਹੁੰਦੇ ਹਾਂ ਤਾਂ ਉਹ ਦਿਮਾਗ 'ਚ ਰਹਿੰਦਾ ਕਿਧਰੇ ਨਾ ਕਿਧਰੇ ਜਿਹੜਾ ਉਹ ਉਹਦਾ ਐਗਜ਼ਿਟ ਇੱਕ ਪੁਆਇੰਟ ਸੀ ਉਹ ਰਹਿ ਗਿਆ। ਤਾਂ ਉਹ ਜਿਹੜੀਆਂ ਗੱਲਾਂ ਕਰਦੇ ਸੀ ਉਹ ਇੱਕ ਕੌਨਫੀਡੈਂਸ ਟੀਚਰ ਦੇ ਵਿੱਚ ਵੀ ਲਿਆਉਂਦੀਆਂ। ਜਦੋਂ ਅਸੀਂ ਕਹਿੰਦੇ ਹਾਂ ਤਾਂ ਬੱਚੇ ਸੁਣਦੇ ਆ। ਹੁਣ ਮੰਨ ਲਓ ਮੈਂ ਕਿਹਾ ਕਿ ਬੇਟੇ ਦੇਖੋ ਸ਼ਰਾਬ ਨਹੀਂ ਪੀਣੀ ਚਾਹੀਦੀ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਔਰ ਸ਼ਾਮ ਨੂੰ ਬੱਚੇ ਨੇ ਦੇਖਿਆ ਕਿ ਬਈ ਮੈਂ ਤਾਂ ਠੇਕੇ ਦੇ ਬਾਹਰ ਖੜਾ ਹੋਇਆ ਤਾਂ ਆਪਾਂ ਸੋਚੀਏ ਵੀ ਇਹ ਚੀਜ਼ਾਂ ਬੱਚੇ 'ਤੇ ਇਹ ਭਾਸ਼ਣ ਅਸਰ ਕਰੇਗਾ। ਭਾਸ਼ਣ ਨਹੀਂ ਅਸਰ ਕਰਦਾ ਸਾਡੀ ਅਸਲ 'ਚ ਜੋ ਐਕਟ ਕਰ ਰਹੇ ਹਾਂ ਬੱਚੇ 'ਤੇ ਉਹ ਅਸਰ ਜ਼ਿਆਦਾ ਕਰਦਾ। ਤੀਸਰੀ ਚੀਜ਼ ਇਹਦੇ 'ਚ ਮੈਂ ਇੱਕ ਪੋਜ਼ੀਟਿਵਿਟੀ ਦੀ ਜ਼ਰੂਰ ਗੱਲ ਕਰਾਂਗੇ। ਅਸੀਂ ਅਗਰ ਘਰੋਂ ਅੱਕੇ ਹੋਏ ਆਏ ਹਾਂ ਸੁਬਾਹ ਜਾਂ ਸਾਡਾ ਮੂਡ ਖਰਾਬ ਹੈ ਅਸੀਂ ਕਿਸੇ ਵੀ ਵਜ੍ਹਾ ਨਾਲ ਸਾਡਾ ਮਾਈਂਡ ਸੈੱਟ ਜਿਹੜਾ ਹੈ ਉਹ ਟੀਚਰ ਵਾਲਾ ਨਹੀਂ ਹੈ ਇੱਕ ਇਰੀਟੇਟਡ ਹਿਊਮਨ ਵਾਲਾ ਬਣਿਆ ਹੋਇਆ ਔਰ ਅਸੀਂ ਆਉਂਦਿਆਂ ਹੀ ਉਸ ਕੰਮਾਂ 'ਚ ਲੱਗ ਗਏ ਹਾਂ। ਪੋਜ਼ੀਟਿਵਿਟੀ ਜਿਹੜੀ ਹੈ ਉਹ ਇੱਕ ਟੀਚਰ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਅਗਰ ਮੇਰੇ ਕੋਲੋਂ ਕੋਈ ਚੀਜ਼ ਹੁਣ ਮੈਡਮ ਨੇ ਕਿਹਾ ਸੀ ਉਹ ਬੱਚਾ ਦਵਿੰਦਰ ਨੇ ਉਹ ਲਿਖੀ ਸੀ ਪੋਇਮ ਕਿ ਬਈ ਇਹਨੂੰ ਤੁਸੀਂ ਸ਼ਾਬਾਸ਼ ਦਿਓ। ਮੈਂ ਕਿਹਾ ਕੋਈ ਚੀਜ਼ ਦਿਓ ਤੈਨੂੰ ਦਈਏ। ਇਹਨਾਂ ਨੇ ਮੈਨੂੰ ਚਾਕਲੇਟ ਫੜਾਇਆ ਤਾਂ ਮੈਂ ਉਹਨੂੰ ਫੜਾਤਾ। ਮੇਰੇ ਕੋਲ ਜਿਹੜੀ ਚੀਜ਼ ਹੈ ਹੀ ਨਹੀਂ ਮੈਂ ਕਿਸੇ ਨੂੰ ਕਿਵੇਂ ਦੇ ਸਕਦਾ। ਅਗਰ ਮੇਰੇ ਕੋਲ ਹੈ ਹੀ ਨੈਗੇਟਿਵਿਟੀ ਅਗਰ ਮੇਰੇ ਕੋਲ ਹੈ ਹੀ ਬੁਰੀ ਸੋਚ ਔਰ ਹੈ ਹੀ ਕੁਛ ਹੋਰ ਐਸਾ ਜਿਹਨੂੰ ਅਸੀਂ ਬੁਰਾ ਕਹਿੰਦੇ ਹਾਂ ਤਾਂ ਮੈਂ ਬੱਚਿਆਂ ਨੂੰ ਅੱਛਾ ਕਿੱਥੋਂ ਦੇਣਾ। ਤਾਂ ਮੈਂ ਫਿਰ ਉਹੀ ਚੀਜ਼ ਬੱਚਿਆਂ 'ਚ ਪਾਸ ਆਊਟ ਕਰਨੀ ਹੈ ਤੇ ਫਿਰ ਬੱਚਿਆਂ ਨੇ ਉਹੀ ਚੀਜ਼ ਮੈਨੂੰ ਰਿਟਰਨ ਕਰਨੀ ਹੈ ਤੇ ਫਿਰ ਮੈਂ ਉਹ ਗੁੱਸਾ ਵੀ ਉਹਨਾਂ 'ਤੇ ਕੱਢਣਾ ਚਾਹੇ ਆਪਦੇ ਕੁਲੀਗਸ 'ਤੇ ਕੱਢਣਾ ਚਾਹੇ ਆਪਦੇ ਬੱਚਿਆਂ 'ਤੇ ਕੱਢਣਾ ਚਾਹੇ ਆਪਦੀ ਫੈਮਿਲੀ 'ਤੇ ਕੱਢਣਾ। ਤਾਂ ਓਵਰਆਲ ਜਿਹੜਾ ਇੱਕ ਟੀਚਰ ਹੈ ਫਿਰ ਉਹ ਤਾਂ ਪਤਾ ਹੀ ਨਹੀਂ ਕਿੱਧਰ ਰਹਿ ਗਿਆ। ਅਸੀਂ ਤਾਂ ਇੱਕ ਹਿਊਮਨ ਬੀਇੰਗ ਵੀ ਨਹੀਂ ਰਹੇ। ਟੀਚਰ ਹੋਣਾ ਤਾਂ ਦੂਰ ਦੀ ਗੱਲ ਹੈ ਨੇਸ਼ਨ ਬਿਲਡਰ ਹੋਣਾ ਤਾਂ ਦੂਰ ਦੀ ਗੱਲ ਹੈ ਔਰ ਸੁਸਾਇਟੀ ਨੂੰ ਰਾਹ ਦਿਖਾਉਣ ਵਾਲੇ ਗੁਰੂ ਹੋਣਾ ਤਾਂ ਫਿਰ ਪਤਾ ਹੀ ਨਹੀਂ ਕਿੱਧਰ ਗਿਆ ਉਹ ਤਾਂ ਗੁੰਮ ਗਿਆ ਉਹ ਨਜ਼ਰ ਨਹੀਂ ਆਉਂਦਾ ਕਿਸੇ ਪਾਸੇ। ਤਾਂ ਪੋਜ਼ੀਟਿਵਿਟੀ ਹੋਣੀ ਬੜੀ ਜ਼ਰੂਰੀ ਹੈ ਅਗਰ ਅਸੀਂ ਬੱਚਿਆਂ 'ਚ ਕੋਈ ਚੀਜ਼ ਪਾਉਣਾ ਚਾਹੁੰਦੇ ਹਾਂ ਔਰ ਐਸੀ ਜਿਹੜੀ ਅਸੀਂ ਸੋਚਦੇ ਰਹਿੰਦੇ ਹਾਂ। ਕਈ ਵਾਰੀ ਅਸੀਂ ਬੈਠੇ ਸੋਚਦੇ ਹੁੰਦੇ ਹਾਂ ਮੈਂ ਹੀ ਕਰ ਲੈਂਦਾ ਤਾਂ ਹੀ ਹੋ ਜਾਂਦਾ ਮੈਂ ਆਹ ਕੀਤਾ ਹੁੰਦਾ ਤਾਂ ਹੋ ਜਾਂਦਾ। ਸਾਡੇ ਕੋਲੇ ਟੀਚਰਸ ਕੋਲੇ ਜਿਹੜਾ ਸਭ ਤੋਂ ਵਧੀਆ ਸੋਰਸ ਹੈ ਜਿਹੜੀ ਚੀਜ਼ ਅਸੀਂ ਨਹੀਂ ਕਰ ਸਕੇ ਸਾਡੇ ਬੱਚੇ ਕਰਨਗੇ। ਅਗਰ ਅਸੀਂ ਉਹਨਾਂ ਨੂੰ ਉਹ ਨਾ ਦੇ ਸਕੇ ਤਾਂ ਅਸੀਂ ਡਬਲ ਚੋਰ ਹਾਂ।
ਪਹਿਲੇ ਚੋਰ ਅਸੀਂ ਨਹੀਂ ਕਰ ਸਕੇ, ਦੂਜੇ ਚੋਰ ਅਸੀਂ ਉਹਨਾਂ ਤੋਂ ਕਰਵਾ ਵੀ ਨਹੀਂ ਸਕੇ, ਫਿਰ ਅਸੀਂ ਕਾਹਦੇ ਟੀਚਰ ਹੋਏ। ਉਹ ਖੁਦ ਅਗਰ ਨਹੀਂ ਬਣ ਸਕਿਆ ਉਹ ਚੀਜ਼, ਉਹਨੇ ਆਦੇ ਬੱਚਿਆਂ 'ਚੋਂ ਚੀਜ਼ ਪਾ ਦਿੱਤੀ। ਐਕਚੁਅਲ ਉਹ ਇੱਕ ਟੀਚਰ ਹੈ, ਖੁਦ ਨਹੀਂ ਕਰ ਸਕਿਆ ਲੇਕਿਨ ਉਹ ਚੀਜ਼ ਉਹਨੇ ਬੱਚਿਆਂ ਦੇ ਥਰੂ ਕਰਵਾਈ, ਉਹਨੇ ਆਦਾ ਰੋਲ ਪਲੇ ਕਰ ਦਿੱਤਾ। ਜਿਸ ਕੰਮ ਲਈ ਅਸੀਂ ਲਾਈਫ ਦੇ ਵਿੱਚ ਆਉਂਦੇ ਹਾਂ, ਉਸ ਪ੍ਰੋਫੈਸ਼ਨ 'ਚ ਜਾਂਦੇ ਹਾਂ, ਉਸ ਨੂੰ ਜਦੋਂ ਫਿਲ ਕਰਦੇ ਹਾਂ ਉਹ ਚੀਜ਼ਾਂ, ਤਾਂ ਅਸੀਂ ਉਹ ਕੰਮ ਕਹਿੰਦੇ ਹਾਂ ਸਾਡੀ ਲਾਈਫ ਹੁਣ ਸਹੀ ਹੈ ਕਿ ਵੀ ਜੋ ਅਸੀਂ ਕਰਨਾ ਚਾਹ ਰਹੇ ਸੀ ਉਹ ਅਸੀਂ ਕਰ ਪਾਏ। ਤੇ ਅਗਰ ਹੁਣ ਟੀਚਰ ਕੋਲੇ ਤਾਂ ਦੋ ਰਸਤੇ ਆ, ਆਮ ਪ੍ਰੋਫੈਸ਼ਨ ਵਾਲਿਆਂ ਕੋਲੇ ਤਾਂ ਇੱਕ ਹੀ ਰਸਤਾ ਹੈ, ਜੋ ਕਰ ਰਹੇ ਨੇ ਉਹੀ ਉਹਨਾਂ ਨੇ ਕਰਨਾ, ਦੂਸਰਾ ਕਿਹਦੇ ਥਰੂ ਕਰਾਉਣਗੇ। ਸਾਡੇ ਕੋਲੇ ਤਾਂ ਉਹ ਛੋਟੇ ਛੋਟੇ ਹੈ ਬੱਚੇ ਜਿਨ੍ਹਾਂ ਦੇ ਥਰੂ ਅਸੀਂ ਇਸ ਸੁਸਾਇਟੀ 'ਚ ਜੋ ਸੋਚਿਆ ਅਸੀਂ ਖੁਦ ਨਹੀਂ ਕਰ ਸਕੇ। ਕਈ ਵਾਰੀ ਸਾਨੂੰ ਛੋਟੇ ਹੁੰਦੇ ਨੇ ਉਹ ਸਮਝ ਨਹੀਂ ਸੀ, ਅਸੀਂ ਕਈ ਵਾਰੀ ਇਸ ਉਮਰ 'ਚ ਆ ਕੇ ਵੀ ਸੋਚਦੇ ਹਾਂ ਕਿ ਉਦੋਂ ਮੈਨੂੰ ਉਹਨੇ ਐਂ ਕਿਹਾ ਸੀ, ਜੇ ਮੈਂ ਮੰਨ ਲਿਆ ਹੁੰਦਾ ਤਾਂ ਸ਼ਾਇਦ ਜ਼ਿਆਦਾ ਬਿਹਤਰ ਹੁੰਦਾ। ਲੇਕਿਨ ਹੁਣ ਅਸੀਂ ਤਾਂ ਉੱਥੇ ਨਹੀਂ ਜਾ ਸਕਦੇ, ਮੈਂ ਤਾਂ ਪਿੱਛੇ ਨਹੀਂ ਜਾ ਸਕਦਾ ਵੀ ਮੈਂ ਹੁਣ 25 ਸਾਲ ਦਾ ਹੋ ਜਾਵਾਂ, ਮੈਂ ਕਹਾਂ ਜਦੋਂ ਮੈਂ ਮੋਗੇ ਆਇਆ ਸੀ ਵੈਸਾ ਮੈਂ ਆ ਸੋਚਦਾ ਸੀ ਉਵੇਂ ਮੈਂ ਫਿਰ ਕਰ ਲਵਾਂ। ਮੇਰੇ ਕੋਲੇ ਉਹ ਰਿਵਾਈਂਡ ਬਟਨ ਨਹੀਂ ਹੈ, ਲੇਕਿਨ ਮੇਰੇ ਕੋਲੇ ਇੱਕ ਨਵਾਂ ਬਟਨ ਹੈ, ਉਹ ਬੱਚੇ ਹੈ ਮੇਰੇ ਕੋਲੇ, ਕਿ ਮੈਂ ਉਹਨਾਂ 'ਚੋਂ ਚੀਜ਼ ਪਾਵਾਂ ਕਿ ਬਈ ਜੋ ਚੀਜ਼ ਮੈਂ ਨਹੀਂ ਕਰ ਸਕਿਆ ਉਹ ਇਹ ਬੱਚੇ ਕਰਨਗੇ, ਔਰ ਜੋ ਚੀਜ਼ ਸੁਸਾਇਟੀ ਦੀ ਮੇਰੇ 'ਤੇ ਉਧਾਰ ਖੜੀ ਹੈ ਉਹ ਪੇ ਕਰਨਗੇ। ਤਾਂ ਇਸ ਪੋਜ਼ਿਟਿਵਿਟੀ ਨਾਲ ਅਗਰ ਅਸੀਂ ਸੋਚਾਂਗੇ, ਇਸ ਚੀਜ਼ ਨਾਲ ਅਸੀਂ ਗੱਲ ਕਰਾਂਗੇ ਤਾਂ ਫਿਰ ਜ਼ਰੂਰ ਇੱਕ ਟੀਚਰ ਜਿਹੜਾ ਐਕਚੁਅਲੀ ਟੀਚਰ ਦੇ ਰੋਲ ਦੇ ਵਿੱਚ ਰਹਿ ਸਕਦਾ ਹੈ। ਟੀਚਰ ਹੋਣਾ ਤਾਂ ਬੜੇ ਸਨਮਾਨ ਦੀ ਗੱਲ ਹੈ, ਸੁਸਾਇਟੀ ਬੜਾ ਸਨਮਾਨ ਦਿੰਦੀ ਹੈ, ਲੇਕਿਨ ਸਮੇਂ ਨਾਲ ਇਹ ਸਨਮਾਨ ਘਟਿਆ ਤਾਂ ਕਿਧਰੇ ਨਾ ਕਿਧਰੇ ਦੋਸ਼ੀ ਸੁਸਾਇਟੀ ਨਾਲੋਂ ਜ਼ਿਆਦਾ ਅਸੀਂ ਖੁਦ ਵੀ ਹੈਗੇ ਹਾਂ ਕਿ ਬਈ ਸਨਮਾਨ ਜਿਹੜਾ ਸਾਡਾ ਸੁਸਾਇਟੀ 'ਚ ਘਟਿਆ ਹੈ, ਉਹਦੇ ਕਾਰਨ ਸਾਨੂੰ ਹੀ ਤਲਾਸ਼ਣੇ ਪੈਣਗੇ ਔਰ ਉਹਨਾਂ ਦਾ ਜਿਹੜਾ ਹੱਲ ਹੈ ਉਹ ਸਾਨੂੰ ਕਰਨਾ ਪਊਗਾ। ਕਿਧਰੇ ਨਾ ਕਿਧਰੇ ਅਸੀਂ ਪੈਸੇ ਨੂੰ ਜ਼ਿਆਦਾ ਉੱਪਰ ਕਰ ਲਿਆ ਹੈ। ਗੁਰੂ ਜਿਹੜਾ ਗਿਆਨ ਦੇਵੇ ਔਰ ਗਿਆਨ ਨੂੰ ਰੂਹ ਦੇ ਵਿੱਚ ਐਂਟਰੀ ਕਰਾਏ, ਐਕਚੁਅਲੀ ਗੁਰੂ ਤਾਂ ਉਹ ਹੁੰਦਾ ਹੈ। ਅਸੀਂ ਉਸ ਚੀਜ਼ ਨੂੰ ਭੁੱਲ ਕੇ ਕਿਧਰੇ ਨਾ ਕਿਧਰੇ ਪੈਸੇ ਵੱਲ ਨੂੰ ਸਾਡਾ ਜਿਹੜਾ ਕਿੱਤਾ ਹੈ ਉਹ ਜਾ ਰਿਹਾ ਹੈ। ਤਾਂ ਇਸ ਕਰਕੇ ਸਾਨੂੰ ਉਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਉਹ ਚੀਜ਼ ਕਰ ਸਕਦੇ। ਇੱਕ ਹੋਰ ਮੈਂ ਇੱਕ ਦਿਨ ਜਦੋਂ YouTube ਅਸੀਂ ਨਵਾਂ ਸ਼ੁਰੂ ਕੀਤਾ ਤਾਂ ਮੈਂ ਵੀਡੀਓਜ਼ ਕਈ ਦੇਖੀਆਂ, ਉਹਨਾਂ ਦਿਨਾਂ 'ਚ ਥੋੜ੍ਹੇ ਫ੍ਰੀ ਵੀ ਸੀਗੇ, ਲਾਕਡਾਊਨ ਦਾ ਟਾਈਮ ਸੀ, ਸਕੂਲ ਆਉਂਦੇ ਸੀ ਤਾਂ ਇੱਥੇ ਕੋਈ ਆਉਂਦਾ ਨਹੀਂ ਸੀ, ਐਵੇਂ ਹੀ ਬੈਠੇ ਰਹਿੰਦੇ ਸੀ ਖਾਲੀ, ਤਾਂ ਅਸੀਂ YouTube ਯੂਜ਼ ਕੀਤੀ। ਤਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ 'ਚ ਕਿਸੇ ਧਰਮ ਦੇ ਗੁਰੂ ਹੈ ਕੋਈ, ਉਹ ਬੋਲ ਰਹੇ ਸੀ, ਕਹਿੰਦੇ ਜੀ ਉਹ ਆਪਦੇ ਟੀਚਰ ਦੀ ਗੱਲ ਕਰ ਰਹੇ ਸੀ ਕਿ ਸਾਡੇ ਟੀਚਰ ਨੇ ਸਾਨੂੰ ਪੁੱਛਿਆ ਵੀ ਦੇਖੋ 3 ਔਰ 2 5 ਹੀ ਕਿਉਂ ਹੁੰਦੇ ਹੈ, 4 6 ਕਿਉਂ ਨਹੀਂ ਹੁੰਦੇ। ਮੈਂ ਤੁਹਾਡੇ ਕੋਲੋਂ ਹੀ ਪੁੱਛ ਲੈਣਾ, ਚਲੋ 3 ਔਰ 2 5 ਹੀ ਕਿਉਂ ਹੁੰਦੇ ਹੈ। ਮੈਥ ਵਾਲੇ ਟੀਚਰ ਇੱਥੇ ਬੈਠੇ ਆ, ਉਹਦਾ ਇੱਕ ਅਲੱਗ ਲੌਜਿਕ ਹੈ ਮੈਥ ਦਾ, ਤਾਂ ਮੈਂ ਵੀ ਮੈਥ ਪੜ੍ਹਿਆ ਹੈ +2 ਤੱਕ, ਲੇਕਿਨ ਐਕਚੁਅਲੀ ਲਾਈਫ ਦੇ ਵਿੱਚ 3 ਔਰ 2 ਕਹਿੰਦੇ ਜੀ 5 ਇਸ ਕਰਕੇ 5 ਹੀ ਹੁੰਦੇ ਨੇ, 6 ਜਾਂ 4 ਨਹੀਂ ਹੁੰਦੇ, ਕਿਉਂਕਿ ਐਕਚੁਅਲੀ ਜਿਹੜੀ ਲਾਈਫ ਹੈ ਉਹਦੇ 'ਚ ਅਸੀਂ ਕਿਸੇ ਤੋਂ ਲੈਣ ਲੱਗਿਆਂ 6 ਨਾ ਲੈ ਲਈਏ। ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਤਾਂ ਅਸੀਂ ਜ਼ਰੂਰਤ ਤੋਂ ਵੱਧ ਨਾ ਲੈ ਲਈਏ, ਔਰ ਜਦੋਂ ਅਸੀਂ ਕਿਸੇ ਨੂੰ ਕੋਈ ਚੀਜ਼ ਦੇਣੀ ਹੈ ਤਾਂ ਅਸੀਂ 4 ਨਾ ਦੇ ਦਈਏ। 3 ਤੇ 2 ਇਸ ਕਰਕੇ 5 ਹੁੰਦੇ ਆ। ਉਹ ਕਹਿੰਦੇ ਜਦੋਂ ਅਸੀਂ ਕੋਈ ਚੀਜ਼ ਕਿਸੇ ਤੋਂ ਲੈਣੀ ਹੈ ਤਾਂ ਅਸੀਂ ਘੱਟ 'ਚ ਵੀ ਸਾਰੀਏ, ਔਰ ਜਦੋਂ ਅਸੀਂ ਕਿਸੇ ਨੂੰ ਕੋਈ ਚੀਜ਼ ਦੇਣੀ ਹੈ ਤੇ ਉਦੋਂ ਸਾਡੇ ਕੋਲੋਂ ਜੇ ਥੋੜ੍ਹਾ ਵੱਧ ਵੀ ਚਲਾ ਜਾਏ ਤਾਂ ਉਹ ਵੀ ਚੰਗਾ ਹੈ, ਉਹ ਵੀ ਸੁਸਾਇਟੀ ਦੇ ਸਾਡੇ ਪਰਸਨਲ ਜਿਹੜੀ ਗਰੋਥ ਹੈ ਉਹਦੇ ਵਿੱਚ ਵੀ ਫਾਇਦੇਮੰਦ ਹੈ। ਤਾਂ ਇਹ ਕੁਛ ਗੱਲਾਂ ਜ਼ਰੂਰ ਮੇਰੇ ਮਨ 'ਚ ਬੜੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਮੈਂ ਕਦੇ ਬਾਹਲੀਆਂ ਚੀਜ਼ਾਂ ਲਿਖਦਾ ਨਹੀਂ ਗਾ, ਲਿਖ ਕੇ ਨਹੀਂ ਬੋਲਿਆ, ਬੜੀਆਂ ਚੀਜ਼ਾਂ ਮੇਰੇ ਮਾਈਂਡ ਚੱਲਦੀਆਂ। ਹੁਣ ਤਾਂ ਮੈਨੂੰ ਬੋਲਣ ਦਾ ਟਾਈਮ ਬੜਾ ਘੱਟ ਮਿਲਦਾ ਹੈ। ਮੇਰੇ ਟੀਚਰ ਬੈਠੇ ਆ, ਜਦੋਂ ਮੈਂ ਸਟੇਜ ਤੋਂ ਬੋਲਦਾ ਰਿਹਾ ਤਾਂ ਇਹ ਬੜੀ ਵਾਰੀ ਉਡੀਕਦੇ ਸੀ ਵੀ ਸਰ ਨੂੰ ਕਹੋ ਹੁਣ ਬਸ ਕਰੋ, ਤਾਂ ਠੀਕ ਹੈ। ਲੇਕਿਨ ਜਿਵੇਂ ਹੁਣ ਕਹਿੰਦੇ ਹੁਣ ਮੌਕਾ ਮਿਲਿਆ ਤਾਂ ਬਈ ਬੋਲ ਲੈਣਾ ਚਾਹੀਦਾ। ਹੁਣ ਅੱਜ ਤਾਂ ਤੁਸੀਂ ਆਪ ਹੀ ਕਿਹਾ ਸਾਡਾ ਦਿਨ ਵੀ ਹੈ, ਤਾਂ ਫਿਰ ਜ਼ਰੂਰ ਬੋਲ ਲੈਣਾ ਚਾਹੀਦਾ। ਤਾਂ ਬਾਕੀ ਜਿਹੜੇ ਬੱਚੇ ਸਾਡੇ ਕੋਲੋਂ ਪੜ੍ਹੇ ਹੈ, ਅਗਰ ਉਹ ਸਾਡੇ 'ਚ ਕੋਈ ਅੱਛਾਈ ਦੇਖਦੇ ਹੈ ਤਾਂ ਚਲੋ ਸਾਡੇ ਲਈ ਵੀ ਅੱਛੀ ਗੱਲ ਹੈ, ਪਰ ਅਗਰ ਸਾਡੇ ਤੋਂ ਕੁਛ ਅੱਛੀ ਚੀਜ਼ ਉਹਨਾਂ ਨੇ ਸਿੱਖੀ ਹੈ ਤਾਂ ਚਲੋ ਜੀ ਇੱਕ ਚੀਜ਼ ਜ਼ਰੂਰ ਕਹਿੰਦੇ, ਅਗਰ ਸਾਡੇ ਤੋਂ ਲਈ ਹੈ ਤਾਂ ਉਹਨੂੰ ਅਗਾਂਹ ਦਿਓ, ਉਹਨੂੰ ਅਗਾਂਹ ਵੰਡਿਓ, ਸੁਸਾਇਟੀ ਦੀ ਉਹਦੇ ਨਾਲ ਗਰੋਥ ਹੋ ਸਕੇ, ਸਮਾਜ ਦਾ ਕਿਧਰੇ ਲਾਭ ਹੋ ਸਕੇ। ਦੇਖੋ ਪੈਸੇ ਲਈ ਤਾਂ ਅਸੀਂ ਜੁੜਦੇ ਹੀ ਹਾਂ,
ਅਸੀਂ ਸਾਰੇ ਇੱਥੇ ਸੈਲਰੀ ਲਈ ਜੁੜੇ ਹੋਏ ਹਾਂ। ਮੈਂ ਬੜੀ ਵਾਰੀ ਇਹ ਗੱਲ ਕਹਿੰਦਾ, ਅਸੀਂ ਜੌਬ ਲਈ ਆਏ, ਤੁਸੀਂ ਵੀ ਜੌਬ ਲਈ ਆਏ, ਅਸੀਂ ਸਾਰੇ ਜੌਬ ਵਾਸਤੇ ਆ। ਮੈਂ ਜੌਬ ਲਈ ਚੱਲ ਕੇ ਆਪਦਾ ਏਰੀਆ ਛੱਡ ਕੇ ਮੋਗੇ 'ਚ ਆ ਕੇ ਰਹਿਣ ਲੱਗ ਗਿਆ, ਇਹ ਤਾਂ ਜੌਬ ਲਈ ਹੈ। ਇਹਦੇ 'ਚ ਬੜਾ ਕਲੀਅਰ ਕੰਸੈਪਟ ਹੈ। ਲੇਕਿਨ ਅਸੀਂ ਉਸ ਪੈਸੇ ਦੀ ਕੀਮਤ ਕੀ ਮੋੜ ਪਾ ਰਹੇ ਹਾਂ, ਟੀਚਰ ਦਾ ਇੱਕ ਕੰਮ ਹੈ। ਇਹ ਇਹੀ ਕਿੱਤਾ ਹੈ ਜਿਹਦੇ 'ਚ ਅਸੀਂ ਸੋਚ ਸਕਦੇ ਹਾਂ। ਮੈਂ ਕਿਸੇ ਬਿਜ਼ਨਸਮੈਨ ਦਾ ਐਂਟੀ ਨਹੀਂ, ਵਿਰੋਧੀ ਨਹੀਂ, ਲੇਕਿਨ ਬਿਜ਼ਨਸ ਦੇ ਵਿੱਚ ਇੱਕ ਫੰਡਾ ਮਾਰਜਨ ਪ੍ਰੋਫਿਟ ਵਾਲਾ ਹੁੰਦਾ, ਉਹ ਇੱਕ ਅਲੱਗ ਚੀਜ਼ ਹੈ। ਲੇਕਿਨ ਜਿਹੜਾ ਸਾਡਾ ਹੁਣ ਜੌਬ ਵਾਲਿਆਂ ਦਾ, ਉਹ ਇੱਕ ਫਿਕਸਡ ਅਮਾਊਂਟ ਸਾਨੂੰ ਮਿਲਣਾ ਹੁੰਦਾ, ਔਰ ਉਹਦੇ 'ਚ ਗਰੋਥ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਸਿਚੁਏਸ਼ਨ 'ਤੇ ਜਾਂ ਸਮੇਂ 'ਤੇ। ਤਾਂ ਅਸੀਂ ਉਹਨੇ ਦੇ ਵਿੱਚ ਹੀ ਕਿਵੇਂ ਕਿਸੇ ਨੂੰ ਕੁਛ ਦੇ ਪਾ ਰਹੇ ਹਾਂ ਕਿ ਨਹੀਂ ਦੇ ਪਾ ਰਹੇ। ਹੁਣ ਮੈਂ ਸਾਰਿਆਂ ਵੱਲੋਂ ਬੋਲਦਾ, ਕਿਉਂਕਿ ਮੈਂ ਐਜ਼ ਏ ਸਟੂਡੈਂਟ ਵੀ ਆਪਦੇ ਆਪ ਨੂੰ ਯਾਦ ਕਰਦਾ। ਫਿਰ ਮੈਂ ਇੱਕ ਜਦੋਂ ਪਹਿਲਾਂ ਜਿਸ ਸਕੂਲ 'ਚ ਪੜ੍ਹਾਇਆ ਉਸ ਚੀਜ਼ ਨੂੰ ਯਾਦ ਕਰਦਾ। ਉਸ ਤੋਂ ਬਾਅਦ ਮੈਂ 3 ਸਕੂਲ ਪ੍ਰਾਈਵੇਟ ਬਦਲੇ, ਉੱਥੇ ਮੈਂ ਪੜ੍ਹਾਇਆ। ਫਿਰ DAV ਕਾਲਜ ਅਬੋਹਰ ਪੜ੍ਹਾਇਆ। ਫਿਰ ਐਜ਼ ਏ ਵਾਈਸ ਪ੍ਰਿੰਸੀਪਲ ਬਣ ਕੇ ਮੋਗੇ ਸਕੂਲ ਦੇ ਵਿੱਚ ਮੈਂ ਆਇਆ। ਫਿਰ ਦੇਵਰਾਜ ਜੀ ਰਿਟਾਇਰਮੈਂਟ ਤੋਂ ਬਾਅਦ ਮੈਂ ਸੀਟ 'ਤੇ ਆਇਆ, ਔਰ ਹੁਣ ਵੀ ਮੈਨੂੰ ਉਸ 'ਤੇ ਲੰਬਾ ਟਾਈਮ ਮੈਨੂੰ ਹੋ ਗਿਆ ਹੈ। ਤਾਂ ਐਡਮਿਨਿਸਟ੍ਰੇਸ਼ਨ ਵੀ ਮੈਂ ਚਲਾਈ ਹੈ, ਔਰ ਐਡਮਿਨਿਸਟ੍ਰੇਸ਼ਨ ਦੇ ਕਈ ਪੱਖ ਮੈਂ ਦੇਖੇ ਹੈ। ਸਾਇਲੈਂਟ ਮੋਡ 'ਤੇ ਰਹਿ ਕੇ, ਐਕਟਿਵ ਮੋਡ 'ਤੇ ਰਹਿ ਕੇ, ਅਲੱਗ-ਅਲੱਗ ਮੋਡ 'ਤੇ ਚੀਜ਼ਾਂ ਜਾਂਦੀਆਂ, ਅਲੱਗ-ਅਲੱਗ ਲੈਵਲ 'ਤੇ ਕੰਮ ਕੀਤੇ ਹੈ। ਸੁਸਾਇਟੀ ਦੇ ਵਿੱਚ ਵੀ ਲੋਕ ਬੁਲਾਉਂਦੇ ਹੈ, ਜਾਈਦਾ ਹੈ, ਕੰਮ ਕਰੀਦਾ। ਤਾਂ ਮੈਂ ਬੜੀ ਚੀਜ਼ਾਂ ਵਾਚ ਕਰਦਾ। ਲੇਕਿਨ ਇੱਕ ਚੀਜ਼ ਮੈਨੂੰ ਹੁਣ ਪਤਾ ਲੱਗੀ, ਬਈ ਮੈਨੂੰ ਗੁਰਪ੍ਰੀਤ ਨੇ ਕਿਹਾ ਵੀ ਸਰ 'ਚ ਬੜਾ ਠਹਿਰਾਵ ਹੈ, ਜਾਂ ਮੈਨੂੰ ਹਜੇ ਨਹੀਂ ਲੱਗਦਾ ਵੈਸੇ, ਕਿਉਂਕਿ ਹਜੇ ਵੀ ਮੈਂ ਬੜੀ ਵਾਰੀ ਚੀਜ਼ਾਂ 'ਤੇ ਰਿਐਕਟ ਕਰਦਾ। ਕਈ ਚੀਜ਼ਾਂ ਐਸੀਆਂ ਜਿਹੜੀਆਂ, ਔਰ ਇਹ ਮੈਨੂੰ ਬੜਾ ਇੱਕ ਚੀਜ਼ ਲੱਗਦੀ ਹੈ, ਜਿਹੜੀ ਚੀਜ਼ ਹੱਥ ਨਾਲ ਬਣਾਈ ਹੋਵੇ, ਜਦੋਂ ਉਹਨੂੰ ਕੋਈ ਢਾਂਦਾ, ਇੱਕ ਬੱਚਾ ਜਿਹੜਾ ਬੜੀ ਮਿਹਨਤ ਨਾਲ ਥੱਲੇ ਪੈਰ ਰੱਖ ਕੇ ਉਹਦੇ 'ਤੇ ਉਹ ਘਰ ਬਣਾਉਂਦਾ, ਅਤੇ ਜਦੋਂ ਕੋਈ ਉਹਦੇ 'ਤੇ ਲੱਤ ਮਾਰਦਾ ਤਾਂ ਉਹ ਚੀਕਾਂ ਮਾਰੇਗਾ ਹੀ ਮਾਰੇਗਾ, ਫਿਰ ਉਹ ਚੁੱਪ ਕਿਵੇਂ ਰਹੇਗਾ। ਤਾਂ ਇਹ ਲੇਕਿਨ ਕਈ ਵਾਰੀ ਐਸਾ ਜ਼ਰੂਰ ਹੁੰਦਾ ਹੈ ਮਾਹੌਲ, ਜਦੋਂ ਲਾਈਫ ਦੇ ਇੱਕ ਸਟੇਜ 'ਤੇ ਆਓ ਤਾਂ ਠਹਿਰਾਵ ਆਉਣਾ ਚਾਹੀਦਾ ਹੈ। ਕੋਈ ਲੱਤ ਮਾਰੇ ਤਾਂ ਕੋਈ ਗੱਲ ਨਹੀਂ, ਅਸੀਂ ਨਵਾਂ ਬਣਾ ਲਾਂਗੇ, ਇਸ ਲੈਵਲ 'ਤੇ ਵੀ ਆਉਣਾ ਚਾਹੀਦਾ। ਲੇਕਿਨ ਸਾਨੂੰ ਹਜੇ ਜ਼ਰੂਰਤ ਹੈ ਗਰੋਥ ਦੀ। ਉਸ ਲਾਈਫ 'ਚੋਂ ਨਿਕਲ ਰਹੇ ਹਾਂ, ਹਜੇ ਤੱਕ ਬਹੁਤ ਬੁੱਢੇ ਨਹੀਂ ਹੋਏ ਹਾਂ, ਹਜੇ ਤਾਂ ਇੱਕ ਮੈਚਿਓਰ ਉਮਰ 'ਚ ਆਏ ਹਾਂ। ਤਾਂ ਬੱਚੇ ਸਿੱਖਦੇ ਹੈ, ਬੋਲਦੇ ਹੈ। ਤਾਂ ਥੈਂਕ ਯੂ। ਅਗਰ ਤੁਸੀਂ ਕੁਛ ਸਾਡੇ ਤੋਂ ਸਿੱਖਿਆ ਤਾਂ ਬਹੁਤ, ਗੁਰਮੀਤ ਬੈਠਾ ਜਾਂ ਗੈਰੀ ਬੈਠਾ, ਇਹ ਜ਼ਰੂਰ ਮੇਰੇ ਕੋਲ ਪੜ੍ਹੇ ਹੋਏ ਨੇ। ਲਵਿਸ਼ ਦਾ ਮੈਨੂੰ ਯਾਦ ਨਹੀਂ ਗਾ, ਮੇਰੇ ਕੋਲ ਪੜ੍ਹਿਆ ਬਈ, ਹੋ ਸਕਦਾ। ਚਲੋ, ਤਾਂ ਚਲੋ ਸਾਰੇ ਬੱਚੇ ਪੜ੍ਹੇ ਹੋਏ ਨੇ, ਅਤੇ ਜਿੰਨੇ ਵੀ ਕੋਸ਼ਿਸ਼ ਕਰੀ ਦੀ ਹੈ ਅੱਛਾ ਕਰ ਸਕੀਏ, ਤਾਂ ਐਜ਼ ਏ ਟੀਚਰ ਜੈਸਾ ਪਰਫਾਰਮ ਕਰ ਸਕੀਏ। ਇੱਕ ਚੀਜ਼ ਹੋਰ ਮੈਂ ਇੱਥੇ ਕਹਿ ਕੇ ਗੱਲ ਖਤਮ ਕਰਾਂਗਾ, ਲੰਬੀ ਤਾਂ ਨਹੀਂ ਹੋ ਰਹੀ ਗੱਲ ਜੀ, ਮੈਨੂੰ ਪਤਾ ਤੁਸੀਂ ਕੱਟ ਦੇਣੀ ਹੈ। ਅਤੇ ਤਾਂ ਇੱਕ ਚੀਜ਼ ਹੋਰ ਮੈਂ ਜ਼ਰੂਰ ਇੱਥੇ ਕਹਿਣਾ ਚਾਹਾਂਗਾ, ਕਈ ਵਾਰੀ ਜਦੋਂ ਅਸੀਂ ਐਕਟ ਕਰਦੇ ਹਾਂ, ਸਿਸਟਮ ਦੇ ਵਿੱਚ ਚੱਲਣਾ ਜ਼ਰੂਰੀ ਹੈ। ਟੀਚਰ ਵੀ ਸਿਸਟਮ ਦਾ ਇੱਕ ਪਾਰਟ ਹੈ। ਜਦੋਂ ਅਸੀਂ ਸਿਸਟਮ ਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਸਿਸਟਮ ਸਾਨੂੰ ਫੋਲੋ ਨਹੀਂ ਕਰਦਾ। ਜਿਹੜੀ ਉਦੋਂ ਨਾਰਾਜ਼ਗੀ ਸਾਡੇ ਮਨ 'ਚ ਪੈਦਾ ਹੁੰਦੀ ਹੈ, ਉਹ ਸਾਡੇ ਟੀਚਰ ਦੇ ਰੋਲ 'ਤੇ ਹਾਵੀ ਨਹੀਂ ਹੋਣੀ ਚਾਹੀਦੀ। ਜੇ ਹੁੰਦੀ ਹੈ, ਇੱਕ ਮੈਡਮ ਕਹਿ ਕੇ ਗਏ ਵਿੱਚੋਂ, ਮੈਨੂੰ ਮੋਨਿਕਾ ਮੈਡਮ ਸ਼ਾਇਦ ਕਹਿ ਕੇ ਗਏ ਹੈ ਕਿ ਬਈ ਅਸੀਂ ਟੀਚਰਾਂ ਤਾਂ ਬੱਚਿਆਂ ਦੇ ਕਰਕੇ, ਤਾਂ ਅਸੀਂ ਸੈਲਰੀ ਲੈਂਦੇ ਹਾਂ ਤਾਂ ਬੱਚਿਆਂ ਦੇ ਕਰਕੇ, ਔਰ ਅਸੀਂ ਕਲਾਸ 'ਚ ਰੋਅਬ ਮਾਰਦੇ ਹਾਂ ਤਾਂ ਬੱਚਿਆਂ ਦੇ ਕਰਕੇ ਹੀ ਹੈ। ਔਰ ਬਾਹਰ ਜਾ ਕੇ ਕਿਧਰੇ ਜਾਂਦੇ ਹਾਂ ਤਾਂ ਜਿੱਥੇ ਜਾਂਦੇ ਹਾਂ ਉੱਥੇ ਕੋਈ ਨਾ ਕੋਈ ਮਿਲ ਜਾਂਦਾ। ਮੈਂ ਰਾਤ ਜਾਵਾਂ, ਦਿਨ ਜਾਵਾਂ, ਸਵੇਰੇ ਜਾਵਾਂ, ਸ਼ਾਮ ਜਾਵਾਂ, ਜਿੱਧਰ ਮਰਜ਼ੀ ਜਾਵਾਂ, ਕੋਈ ਨਾ ਕੋਈ ਮੈਨੂੰ ਮਿਲ ਜਾਂਦਾ ਜਿਹੜਾ ਫਟਾਫਟ ਭੱਜਿਆ ਆਉਂਦਾ, ਪੈਰੀ ਹੱਥ ਲਾ ਦਿੰਦਾ। ਕਈ ਵਾਰੀ ਤਾਂ ਪਛਾਣ ਵੀ ਨਹੀਂ ਆਉਂਦੀ, ਕਈ ਵਾਰੀ ਤਾਂ ਵੇਖੀਦਾ ਵੀ ਨਹੀਂ ਵੀ ਕੌਣ ਆ ਗਿਆ, ਜਦੋਂ ਸਿਰ ਚੱਕਦਾ ਉਦੋਂ ਪਤਾ ਲੱਗਦਾ। ਤਾਂ ਬੱਚੇ ਮਿਲ ਜਾਂਦੇ, ਉਹਨਾਂ ਬੱਚਿਆਂ ਦੇ ਸਿਰ 'ਤੇ ਸਭ ਕੁਝ ਸਾਡਾ ਚੱਲਦਾ। ਸਾਨੂੰ ਹੋਰ ਸ਼ਾਇਦ ਕੋਈ ਜਾਣਦਾ ਹੀ ਨਹੀਂ ਜਿੰਨਾ ਬੱਚੇ ਜਾਣਦੇ। ਤਾਂ ਅਸੀਂ ਉਹਨਾਂ ਬੱਚਿਆਂ ਨੂੰ ਕੁਛ ਦੇਣਾ ਹੈ। ਬੱਚੇ ਇਸ ਰੂਪ 'ਚ ਸਾਨੂੰ ਯਾਦ ਨਾ ਕਰਨਾ, ਉਹ ਵੇਖੋ ਆ ਗਿਆ। ਤਾਂ ਜਿੰਨਾ ਅਸੀਂ ਪੋਜ਼ੀਟਿਵ ਦੇ ਸਕੀਏ। ਟੀਚਰ ਲਈ ਗੱਲ ਕਰ ਰਿਹਾ ਸੀਗਾ ਕਿ ਬਈ ਜਿਹੜੀ ਸਾਡੀ ਉਹ ਇੱਕ ਨਾਰਾਜ਼ਗੀ ਸਿਸਟਮ ਨਾਲ ਹੁੰਦੀ ਹੈ, ਉਹ ਸਾਡੇ ਟੀਚਰ ਦੇ ਰੂਪ 'ਤੇ ਜਦੋਂ ਹਾਵੀ ਹੋ ਜਾਂਦੀ ਹੈ ਤਾਂ ਫਿਰ ਟੀਚਰ ਦਾ ਕੰਮ ਖਤਮ ਹੋ ਜਾਂਦਾ। ਫਿਰ ਅਸੀਂ ਕਮਾਈ ਵਾਲੀ ਮਸ਼ੀਨ ਤਾਂ ਰਹਿ ਜਾਂਦੇ ਹਾਂ, ਲੇਕਿਨ ਟੀਚਰ ਨਹੀਂ ਰਹਿੰਦੇ। ਔਰ ਇੱਕ ਚੀਜ਼ ਹੋਰ ਇੱਥੇ ਕਿ ਟੀਚਰ ਜ਼ਿੰਦਾ ਰਹਿੰਦਾ ਤਾਂ ਬੱਚਿਆਂ ਨੂੰ ਦੇਖ ਕੇ, ਜਿਹੜਾ ਬੱਚਿਆਂ 'ਚ ਆਦੇ ਆਪ ਨੂੰ ਦੇਖ ਲੈਂਦਾ ਉਹ ਟੀਚਰ ਜੀਵਿਤ ਰਹਿੰਦਾ। ਬਾਕੀ ਟੀਚਰ 8-10 ਸਾਲ ਬਾਅਦ
टीचर दे रोल वाले टीचर भुगत जाते, फिर वो तुरदे फिरदे तो है, क्लास च भी जाते हैं, सारे उन्होंने यस सर यस मैम भी कहते हैं, लेकिन असल च टीचर होंदे नहीं। अगर टीचर 25 साल 30 साल 35 साल ਜਿਹੜੇ जॉब करते हैं, वो ਇੰਨੇ साल अगर वो टीचर ਰਹਿੰਦੇ ਆ ਤਾਂ ਬੱਚਿਆਂ ਦੀ ਨਜ਼ਰਾਂ 'ਚ ਦੇਖ ਕੇ ਜਿਹੜਾ ਬੱਚਿਆਂ 'ਚ ਆਦੇ ਆਪ ਨੂੰ ਦੇਖਦਾ ਉਹ ਟੀਚਰ ਰਹਿੰਦਾ। ਬਾਕੀ ਨਾਮ ਦੇ ਟੀਚਰ ਰਹਿੰਦੇ ਆ, ਲੇਕਿਨ ਐਕਚੁਅਲੀ ਉਹ ਟੀਚਰ ਦੇ ਰੋਲ 'ਚ ਨਹੀਂ ਹੁੰਦੇ, ਉਹ ਇੱਕ ਕਮਾਊ ਮਸ਼ੀਨ ਦੇ ਰੋਲ 'ਚ ਤਾਂ ਹੁੰਦੇ ਆ ਕਿ ਵੀ ਆਏ, ਬੈਲ ਲੱਗੀ, ਫਿਰ ਛੁੱਟੀ ਵਾਲੀ ਲੱਗੀ, ਘਰੇ ਗਏ ਚਲੇ। ਤਾਂ ਅਸੀਂ ਟੀਚਰ ਹਾਂ, ਅਸੀਂ ਆਪਦਾ ਦਿਨ ਮਨਾਉਣ ਦਾ ਸਾਨੂੰ ਅਧਿਕਾਰ ਹੈ, ਤਾਂ ਲੇਕਿਨ ਜ਼ਰੂਰ ਸਾਨੂੰ ਥੋੜ੍ਹਾ ਬਹੁਤਾ ਇਸ ਬਾਰੇ ਸੋਚਣਾ ਚਾਹੀਦਾ ਕਿ ਸਾਡੀ ਸੈਲਰੀ ਔਰ ਬੱਚਿਆਂ ਨੂੰ ਸਾਡੇ ਦੇਣ ਦੇ ਵਿੱਚ ਅਸਲ 'ਚ ਸੰਬੰਧ ਕੋਈ ਨਹੀਂ ਹੈ। ਜਦੋਂ ਅਸੀਂ ਇਹ ਸੰਬੰਧ ਜੋੜਦੇ ਹਾਂ ਫਿਰ ਕੰਮ ਖਰਾਬ ਹੁੰਦਾ। ਤਾਂ ਇਸ ਕਰਕੇ ਉਹ ਸਿਚੁਏਸ਼ਨ ਦੇ ਨਾਲ ਹੈ, ਉਹ ਹਾਲਾਤ ਦੇ ਨਾਲ ਹੈ, ਉਹ ਚੀਜ਼ਾਂ ਵੱਧਦੀਆਂ ਘਟਦੀਆਂ ਰਹਿੰਦੀਆਂ। ਤਾਂ ਉਹ ਚੀਜ਼ਾਂ ਅਲੱਗ-ਅਲੱਗ ਟਾਈਮ ਦੀਆਂ ਗੱਲਾਂ ਨੇ, ਤਾਂ ਗੱਲਾਂ ਮੈਂ ਬਹੁਤ ਕਰ ਲਈਆਂ। ਤੁਹਾਡਾ ਸਾਰਿਆਂ ਦਾ ਥੈਂਕ ਯੂ, ਜਿੰਨੇ ਸਾਰੇ ਟੀਚਰ ਤੁਸੀਂ ਬੈਠੇ ਹੋ, ਰਜਨੀਸ਼ ਮੈਡਮ, ਰਜਨੀ ਮੈਡਮ, ਨੀਤੂ ਮੈਡਮ, ਵੀਨਾ ਮੈਡਮ, ਸੰਦੀਪ ਮੈਡਮ, ਗੁਰਪ੍ਰੀਤ ਮੈਡਮ, ਭਾਵਨਾ ਮੈਡਮ, ਅਮਨ ਮੈਡਮ, ਰੇਖਾ ਮੈਡਮ, ਮਨੀਸ਼ਾ ਮੈਡਮ, ਲਵੀ ਸਰ, ਗੁਰਪ੍ਰੀਤ ਸਰ, ਗੈਰੀ ਸਰ, ਗੁਰਮੀਤ ਸਰ, ਅਗਰ ਮੈਡਮ ਜੀ ਦਾ ਮੈਨੂੰ ਨਾਮ ਨਹੀਂ ਪਤਾ ਪਿੱਛੇ ਬੈਠੇ ਹੈ, ਤੇ ਸਪਨਾ ਮੈਡਮ ਪਿੱਛੇ ਬੈਠੇ ਹੈ, ਹਾਂਜੀ ਸੋਨਲ, ਸੌਰੀ, ਚਲੋ ਤਾਂ ਨਾਮ ਮੈਨੂੰ ਘੱਟ ਯਾਦ ਰਹਿੰਦੇ, ਮੇਰੇ ਦਿਮਾਗ 'ਚ ਹਿਸਟਰੀ ਚੱਲਦੀ ਰਹਿੰਦੀ ਹੈ। ਤਾਂ ਸਾਰਿਆਂ ਦਾ ਥੈਂਕਸ, ਤੁਸੀਂ ਬੜਾ ਅੱਛਾ ਇਹ ਅਰੇਂਜਮੈਂਟ ਕੀਤਾ ਹੈ, ਔਰ ਮੈਂ ਤਾਂ ਜਿਨ੍ਹਾਂ ਦੇ ਯੋਗ ਨਹੀਂ ਸੀ, ਇੰਨਾ ਕੁਛ ਮੈਨੂੰ ਤੁਸੀਂ ਦਿੱਤਾ ਹੈ, ਤਾਂ ਸਾਰਿਆਂ ਦਾ ਥੈਂਕ ਯੂ। ਅਗਰ ਕੁਛ ਗਲਤ ਕਹਿ ਦਿੱਤਾ ਹੋਵੇ, ਕਿਸੇ ਨੂੰ ਵੱਧ ਕਹਿ ਦਿੱਤਾ ਹੋਵੇ, ਤਾਂ ਉਹਦੇ ਲਈ ਖਿਮਾ ਪ੍ਰਾਰਥੀ ਹਾਂ, ਮਾਫੀ ਮੰਗਦੇ ਹਾਂ। ਕੈਂਥ ਸਾਹਿਬ ਦਾ ਥੈਂਕ ਯੂ ਮੈਂ ਦਿਨ 'ਤੇ, ਤਾਂ ਇਹਨਾਂ ਦਾ ਵੀ ਥੈਂਕਸ। ਰੇਨੂ ਮੈਡਮ ਬੈਠੇ ਹੈ ਜੀ, ਸਾਰਾ ਓਵਰਆਲ ਸਾਰੀ ਇਹ ਮੈਨੇਜਮੈਂਟ ਜਿਹੜੀ ਇਸ ਪ੍ਰੋਗਰਾਮ ਦੀ, ਇਹ ਸਾਰਾ ਇਹ ਸੈਟਅਪ ਜਿਹੜਾ ਕੀਤਾ ਹੋਇਆ ਉਹ ਇਹਨਾਂ ਨੇ ਕੀਤਾ ਹੋਇਆ। ਕੱਲ੍ਹ ਹਾਲਾਂਕਿ ਮੈਂ ਥੋੜ੍ਹਾ ਜਿਹਾ ਚੇਂਜ ਕਰਨਾ ਚਾਹਿਆ ਸੀਗਾ, ਲੇਕਿਨ ਖੈਰ ਕਿਉਂਕਿ ਅੱਜ ਮੌਸਮ ਸੁਬਾਹ ਪਹਿਲਾਂ ਥੋੜ੍ਹਾ ਹੋਰ ਲੱਗਦਾ ਸੀ, ਤਾਂ ਇਸ ਕਰਕੇ ਚੇਂਜ ਕੀਤਾ। ਇਹ ਸਾਰੀ ਪਲਾਨਿੰਗ ਇਹਨਾਂ ਦੀ ਹੈ। ਇੱਕ ਚੀਜ਼ ਮੈਂ ਹੋਰ ਇੱਥੇ ਦੱਸਣਾ ਚਾਹਾਂਗਾ ਕਿ ਮੈਂ ਯਾਦ ਕਰਦਾ 2009 ਨੂੰ, ਜਦੋਂ ਮੈਂ ਨਵਾਂ ਪ੍ਰਿੰਸੀਪਲ ਬਣਿਆ, ਜਦੋਂ ਅਸੀਂ ਕੋਈ ਨਵਾਂ ਕੰਮ ਸਟਾਰਟ ਕਰਦੇ ਹਾਂ, ਸਾਡੇ ਮਨ 'ਚ ਬੜੀਆਂ ਚੀਜ਼ਾਂ ਚੱਲਦੀਆਂ, ਅਸੀਂ ਬੜਾ ਕੁਛ ਕਰਨਾ ਚਾਹੁੰਦੇ ਹਾਂ। ਸਮੇਂ ਦੇ ਨਾਲ ਉਹ ਚੀਜ਼ਾਂ ਦੀ ਸਪੀਡ ਸਲੋ ਹੋਣ ਲੱਗ ਜਾਂਦੀ ਹੈ, ਕਿਉਂਕਿ ਓਬਸਟੈਕਲਸ ਜਿਹੜੇ ਸਾਡਾ ਮੱਥਾ ਉਹਦੇ 'ਤੇ ਤਿਉੜੀਆਂ ਪਵਾ ਦਿੰਦੇ ਹੈ। ਤਾਂ ਮੈਡਮ ਬੈਠੇ ਹੈ, ਇਹਨਾਂ 'ਚ ਬੜਾ ਜੋਸ਼ ਹੈ ਕੰਮ ਕਰਨ ਦਾ, ਤਾਂ ਮੈਂ ਹਮੇਸ਼ਾ ਉਸ ਚੀਜ਼ ਨੂੰ ਦੇਖਦਾ। ਮੇਰਾ ਸਟਾਫ ਵੀ ਬੈਠਾ, ਮੈਂ ਹਮੇਸ਼ਾ ਕਹਿੰਦਾ ਜਿਹੜੀਆਂ ਚੀਜ਼ਾਂ ਮੈਂ ਨਹੀਂ ਕਰ ਪਾਇਆ, ਮੈਂ ਸਾਰਿਆਂ ਸਾਹਮਣੇ ਕਹਿੰਦਾ, ਕਿਉਂਕਿ ਆਪਦਾ ਪਰਿਵਾਰ ਬੈਠਾ, ਮੈਂ ਉਹਦੇ 'ਚ ਕੋਈ ਐਡੀ ਮਹਿਸੂਸ ਨਹੀਂ ਕਰਦਾ ਗੱਲ ਸ਼ਰਮ ਕਿ ਵੀ ਜਿਹੜੀ ਚੀਜ਼ਾਂ ਅਸੀਂ ਨਹੀਂ ਕਰ ਸਕੇ, ਹੁਣ ਅਸੀਂ ਚਾਹੁੰਦੇ ਹਾਂ ਕਿ ਉਹ ਹੋ ਰਹੀਆਂ ਅਤੇ ਉਹ ਹੋਣ। ਅਸੀਂ ਉਹਦੀ ਸਪੋਰਟ 'ਚ ਹਾਂ ਔਰ ਦਿਨ ਰਾਤ ਇੱਕ ਕਰ ਰਹੇ ਹਾਂ ਔਰ ਕਰਾਂਗੇ। ਦਿਨ ਰਾਤ ਇੱਕ ਦੇ ਕੀ, ਇੱਕ ਤੋਂ 4 ਵੀ ਕਰਾਂਗੇ ਜੇ ਲੋੜ ਪਏਗੀ। ਤਾਂ ਸੰਧੂ ਸਾਹਿਬ ਇੱਥੇ ਨਹੀਂ ਬੈਠੇ, ਹੁਣ ਇਸ ਵੇਲੇ ਹਾਜ਼ਰ ਨਹੀਂ, ਅੱਜ ਉਹਨਾਂ ਨੂੰ ਜਾਣਾ ਪੈ ਗਿਆ, ਕੋਈ ਘਟਨਾ ਹੋ ਗਈ ਉਹਨਾਂ ਦੀ ਪਰਿਵਾਰ ਦੇ ਵਿੱਚ। ਤਾਂ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ। ਜੇ ਉਹ ਕਹਿ ਰਹੇ ਸੀ ਸਾਡਾ ਦਿਨ ਨਹੀਂ, ਐਕਚੁਅਲੀ ਅਗਰ ਇੱਕ ਗਾਈਡ ਦੇ ਰੂਪ 'ਚ ਦੇਖੀਏ ਤਾਂ ਜਿਹੜੀ ਚੀਜ਼ ਕੋਈ ਇੰਪਲੀਮੈਂਟ ਕਰਾ ਸਕਦਾ ਹੈ ਸਹੀ ਤਰੀਕੇ ਨਾਲ, ਉਹ ਇੱਕ ਤਰ੍ਹਾਂ ਦਾ ਗੁਰੂ ਹੀ ਹੁੰਦਾ ਹੈ। ਉਹ ਇੱਕ ਤਰ੍ਹਾਂ ਦਾ ਗਾਈਡ ਕਹਿ ਲਓ, ਗੁਰੂ ਕਹਿ ਲਓ, ਹਮਦਰਦ ਕਹਿ ਲਓ, ਵੈਲਵਿਸ਼ਰ ਕਹਿ ਲਓ, ਨਾਮ ਜੋ ਮਰਜ਼ੀ ਦੇ ਲਓ, ਜ਼ੁਬਾਨ ਦੀ ਗੱਲ ਹੈ ਉਹ ਕਹਿਣਾ। ਤਾਂ ਉਹਨਾਂ ਦਾ ਵੀ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਸਪੇਸ ਕੰਮ ਕਰਨ ਦਾ ਸਾਨੂੰ ਦਿੱਤਾ ਹੋਇਆ। ਤਾਂ ਸਾਰਿਆਂ ਦਾ ਥੈਂਕਸ। ਔਰ ਦੁਬਾਰਾ ਰੇਨੂ ਮੈਡਮ ਜੀ ਦਾ ਦੁਬਾਰਾ ਥੈਂਕਸ। ਮੈਂ ਬੱਚਿਆਂ ਨਾਲ ਇੱਕ ਚੀਜ਼ ਜ਼ਰੂਰ ਦੇਖਦਾ, ਸਵੇਰੇ ਮੈਡਮ ਦੀ ਚੇਨ ਕੱਲ੍ਹ ਗੁੰਮ ਗਈ, ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ। ਖੈਰ ਜਦੋਂ ਮੈਂ ਸੁਬਾਹ ਆਇਆ ਤਾਂ ਇਹ ਥੋੜ੍ਹਾ ਜਿਹਾ ਮਤਲਬ ਉਦਾਸ ਸੀਗੇ। ਨੈਚੁਰਲ ਹੈ ਕਿ ਬਈ ਨੁਕਸਾਨ ਹੋ ਜੇ ਫਾਈਨੈਂਸ਼ਲੀ, ਤਾਂ ਸਾਡਾ ਮਨ ਜਿਹੜਾ ਉਹ ਥੋੜ੍ਹਾ ਜਿਹਾ ਫੀਲ ਕਰਦਾ ਉਸ ਚੀਜ਼ ਨੂੰ। ਅਤੇ ਫਿਰ ਜਦੋਂ ਮੈਂ ਉਹ ਕੁਦਰਤੀ ਉਦੋਂ ਬੈਠਾ ਹੀ ਸੀਗਾ, ਅਸੀਂ ਉਹ ਡਿਸਕਸ ਕਰ ਰਹੇ ਸੀ ਕੋਈ ਗੱਲ, ਅਤੇ ਉਹ ਇਹਨਾਂ ਨੂੰ ਫੋਨ ਆ ਗਿਆ ਸ਼ਾਇਦ ਤੁਹਾਨੂੰ ਜੀ ਕਿਸੇ ਦਾ, ਇਹਨਾਂ ਦੀ ਸਿਸਟਰ ਦਾ ਹੀ, ਅਤੇ ਉਹਨਾਂ ਨੇ ਕਿਹਾ ਵੀ ਚੇਨ ਜਿਹੜੀ ਉਹ ਮਿਲ ਗਈ ਹੈ। ਤਾਂ ਮੈਂ ਇਹਨਾਂ ਦੇ ਫੇਸ 'ਤੇ ਉਹ ਫੀਲਿੰਗ ਦੇਖੀਆਂ ਜਿਹੜੀਆਂ ਉਹ ਫੋਨ ਆਉਂਦਿਆਂ ਹੋਈਆਂ। ਔਰ ਫਿਰ ਉਹ 2-3 ਬੱਚੇ ਆ ਗਏ ਥੋੜ੍ਹੀ ਦੇਰ ਬਾਅਦ, ਛੋਟੇ ਛੋਟੇ ਇਹਨਾਂ ਨੂੰ ਵਿਸ਼ ਕਰਨ ਵਾਸਤੇ, ਤਾਂ ਉਸ ਟਾਈਮ 'ਤੇ ਵੀ ਦੇਖੀਆਂ।
ਜਦੋਂ ਸਾਡੇ ਅੰਦਰ ਦਾ ਬੱਚਾ ਜਿਹੜਾ ਉਹ ਜਿੰਦਾ ਰਹਿੰਦਾ ਹੈ ਤਾਂ ਸਾਡੇ ਅੰਦਰ ਦਾ ਟੀਚਰ ਵੀ ਜਿੰਦਾ ਰਹਿੰਦਾ। ਔਰ ਜਦੋਂ ਬੱਚਾ ਮਰਦਾ, ਮੈਂ ਸ਼ਾਇਦ ਇਸੇ ਚੀਜ਼ ਦੀ ਗੱਲ ਪਹਿਲਾਂ ਕਰਦਾ ਸੀ, ਜਦੋਂ ਮਰਨ ਲੱਗਦਾ ਹੈ ਤਾਂ ਟੀਚਰ ਵੀ ਮਰ ਜਾਂਦਾ। ਫਿਰ ਮਸ਼ੀਨ ਜ਼ਰੂਰ ਬਚਦੀ ਹੈ ਲੇਕਿਨ ਟੀਚਰ ਨਹੀਂ ਬਚਦਾ। ਤਾਂ ਐਸਾ ਟੀਚਰ ਸਾਡੇ ਸਾਰਿਆਂ 'ਚ ਜਿੰਦਾ ਰਹੇ। ਐਸੀ ਤੁਹਾਡੇ ਸਾਰਿਆਂ ਲਈ ਸ਼ੁਭ ਕਾਮਨਾਵਾਂ ਕਰਦਾ ਕਿ ਹਮੇਸ਼ਾ ਅਸੀਂ ਉਸ ਸਪਿਰਿਟ ਨੂੰ, ਅਸੀਂ ਉਸ ਜੋਸ਼ ਨੂੰ, ਉਸ ਪੋਜ਼ਿਟਿਵਿਟੀ ਨੂੰ, ਹਾਲਾਤ ਜੈਸੇ ਵੀ ਹੋਣ, ਅਸੀਂ ਆਪਦੇ ਅੰਦਰ ਦੇ ਟੀਚਰ ਨੂੰ ਜ਼ਿੰਦਾ ਰੱਖੀਏ, ਉਸ ਨੂੰ ਖਵਾਈਏ ਪਿਆਈਏ, ਉਹਨੂੰ ਨਾ ਮਰਨ ਦਈਏ। ਤਾਂ ਐਸੀ ਉਮੀਦ ਸਾਰਿਆਂ ਤੋਂ ਕਰਦਾ। ਇੱਕ ਹੋਰ ਗੱਲ ਕਹਿ ਲਾਂ ਜੀ, ਤੁਸੀਂ ਐ ਤਾਂ ਨਹੀਂ ਕਹਿੰਦੇ ਵੀ ਸਰ ਤਾਂ ਚੁੱਪ ਨਹੀਂ ਕਰਦੇ, ਹੁਣ ਮੇਰਾ ਮੌਕਾ ਲੱਗਿਆ। ਹਾਂਜੀ ਤੁਸੀਂ ਕੱਟਦੇ ਆ ਜੀ, ਹੁਣ ਬੈਠੇ ਨੇ, ਮੇਰਾ ਮੌਕਾ ਲੱਗਿਆ, ਮੈਨੂੰ ਕਹਿ ਲੈਂਦੇ ਹੋ ਗੱਲਾਂ। ਜਦੋਂ ਗੱਲਾਂ ਦੇ ਨਾਲ ਗੱਲਾਂ ਯਾਦ ਆ ਜਾਂਦੀ ਹੈ ਜੀ ਮੈਨੂੰ, ਹੁਣ ਮੈਂ ਕੀ ਕਰਾਂ, ਜੈਸਾ ਮੇਰਾ ਕੰਮ ਹੈ। ਪੜ੍ਹਾਉਣ ਦਾ ਮੌਕਾ ਵੀ ਘੱਟ ਲੱਗਦਾ, ਹੁਣ ਜਿੰਨੇ ਕੁ ਪੀਰੀਅਡ ਲੱਗਦੇ ਆ ਉਹਨਾਂ ਕੁ ਫਿਰ ਪੜਾਸ ਕੱਢ ਲਈਦੀ ਹੈ। ਅਸੀਂ ਜਦੋਂ ਭੁੱਖੇ ਹੁੰਦੇ ਹਾਂ ਅਸੀਂ ਰੋਟੀ ਖਾਣ ਲੱਗ ਜਾਂਦੇ ਹਾਂ, ਜਾਂ ਕੋਈ ਵੀ ਚੀਜ਼ ਖਾਂਦੇ ਹਾਂ, ਖਾਣ ਵਾਲੀ ਚੀਜ਼ ਜਿਹੜੀ ਸਾਨੂੰ ਪਸੰਦ ਹੁੰਦੀ ਹੈ, ਕਿਉਂਕਿ ਸਾਡੀ ਬਾਡੀ ਡਿਮਾਂਡ ਕਰਦੀ ਹੈ ਐਕਚੁਅਲੀ। ਅਤੇ ਫਿਰ ਅਸੀਂ ਤ੍ਰਿਪਤ ਹੋ ਕੇ ਬਹਿ ਜਾਂਦੇ ਹਾਂ ਵੀ ਲਓ ਜੀ ਹੁਣ ਤਾਂ ਸਾਡਾ ਕੰਮ ਹੋ ਗਿਆ। ਫਿਰ ਜਦੋਂ ਤੱਕ ਦੁਬਾਰਾ ਭੁੱਖ ਨਹੀਂ ਲੱਗਦੀ ਉਦੋਂ ਤੱਕ ਦਾ ਸਾਡਾ ਕੰਮ ਚੱਲ ਗਿਆ। ਐਵੇਂ ਜਿਹੜੀ ਪੋਜ਼ਿਟਿਵਿਟੀ ਹੈ ਉਹ ਵੀ ਹਮੇਸ਼ਾ ਨਹੀਂ ਰਹਿੰਦੀ, ਉਹਦੀ ਭੁੱਖ ਜਿਹੜੀ ਹੈ ਸਾਨੂੰ ਲੱਗਦੀ ਰਹਿੰਦੀ ਹੈ। ਮੈਂ ਪੂਰਾ ਜੋਸ਼ ਜਦੋਂ ਨਿਕਲਿਆ ਸਵੇਰੇ ਤਾਂ ਮੈਨੂੰ ਕੋਈ ਰਸਤੇ 'ਚ ਮਿਲ ਗਿਆ, ਉਹ ਕਹਿੰਦਾ ਯਾਰ ਕਿਹੋ ਜਿਹਾ ਲੱਗਦਾ ਪਿਆ, ਤੇਰੀ ਤਾਂ ਸ਼ਕਲ ਹੀ ਬਦਲੀ ਪਈ ਹੈ। ਤਾਂ ਮੈਂ ਮਾੜਾ ਜਿਹਾ, ਮੇਰਾ ਜੋਸ਼ ਜਿਹੜਾ ਥੋੜ੍ਹਾ ਜਿਹਾ ਡਾਊਨ ਹੋ ਗਿਆ। ਫਿਰ ਮੈਂ ਸਕੂਲ ਆਇਆ, ਆਉਂਦਿਆਂ ਹੀ ਮੈਂ ਦੇਖਿਆ ਮੇਰੇ 4 ਟੀਚਰ ਐਬਸੈਂਟ, ਮੇਰਾ ਪੀਐਨ ਦਰਵਾਜ਼ੇ 'ਤੇ ਹੈ ਨਹੀਂ ਔਰ ਦਰਵਾਜ਼ਾ ਖੋਲ੍ਹਣ ਵਾਲਾ ਕੋਈ ਹੈ ਨਹੀਂ। ਮੇਰਾ ਜਿਹੜਾ ਜੋਸ਼ ਹੈ ਥੋੜ੍ਹਾ ਜਿਹਾ ਹੋਰ ਘਟ ਗਿਆ। ਫਿਰ ਮੈਂ ਆਪ ਹੀ ਦਰਵਾਜ਼ਾ ਖੋਲ੍ਹਿਆ, ਆਦੇ ਉਹ ਮੈਂ ਟੀਵੀ ਚਲਾਇਆ, ਆਦਾ ਹੀ ਟੇਬਲ ਸੈੱਟ ਕਰਕੇ ਮੈਂ ਬੈਠ ਗਿਆ, ਦਰਵਾਜ਼ਾ ਖੋਲ੍ਹ ਕੇ। ਆਉਂਦੇ ਹੀ ਇੱਕ ਜਵਾਕ ਆ ਗਿਆ, ਸਰ ਜੀ ਇਹ ਮੈਨੂੰ ਕੁੱਟੀ ਜਾਂਦਾ ਜੀ, ਮੈਨੂੰ ਮਾਰੀ ਜਾਂਦਾ ਜੀ, ਆਹ ਦੇਖੋ ਜੀ ਮੇਰਾ ਬੈਗ ਖੋਲ੍ਹਿਆ ਜੀ। ਮੇਰਾ ਜੋਸ਼ ਥੋੜ੍ਹਾ ਜਿਹਾ ਹੋਰ ਘਟ ਗਿਆ। ਫਿਰ ਮੇਰੇ ਕੋਲ 2 ਟੀਚਰ ਆ ਗਏ, ਕੁਛ ਵੀ ਕਹਿਣ ਲਈ, ਕੋਈ ਵੀ ਡਿਮਾਂਡ, ਕੋਈ ਗੱਲ, ਚਲੋ ਜੀ। ਫਿਰ ਮੇਰਾ ਜੋਸ਼ ਥੋੜ੍ਹਾ, ਸ਼ਾਮ ਆਉਂਦੇ ਉਹ ਜਿਵੇਂ ਉੱਡੇ ਤੋਤੇ ਵਰਗਾ ਹਾਲ ਜਿਹੜਾ ਹੈ ਉਹ ਹੋ ਜਾਂਦਾ। ਵਾਲ ਵੂਲ ਜਿਹੜੇ ਸਵੇਰੇ ਵਾਹ ਕੇ ਆਈਦੇ ਉਹ ਸਾਰੇ ਖੇਰੂ ਬੇਰੂ ਹੋਏ ਹੁੰਦੇ। ਅਤੇ ਜਦੋਂ ਘਰੇ ਪਹੁੰਚੀਦਾ ਡਿੱਗਣ ਟਾਈਮ ਨੂੰ ਘਰ ਦੇ ਬੁਲਾਉਂਦੇ, ਬੋਲਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਆਵਾਜ਼ ਹੀ ਨਹੀਂ ਨਿਕਲਦੀ ਹੁੰਦੀ। ਉਹ ਕਹਿੰਦੇ ਨੇ ਸਾਰਾ ਕੁਝ ਸਕੂਲ ਹੀ ਛੱਡ ਕੇ ਆ ਜਾਂਦੇ ਹੋ, ਅਤੇ ਫਿਰ ਉੱਥੇ ਹੀ ਰਹਿ ਜਾਂਦੇ। ਤਾਂ ਜਿਹੜਾ ਇਹ ਜੋਸ਼ ਠੰਡਾ ਹੁੰਦਾ, ਹੁਣ ਇਹ ਕੌਣ ਭਰੇਗਾ ਦੁਬਾਰਾ? ਇਹ ਜੋਸ਼ ਵਾਲਾ ਜਿਹੜਾ ਗਲਾਸ ਤੁਹਾਡਾ ਖਾਲੀ ਹੋ ਗਿਆ, ਇਹ ਭਰੇਗਾ ਕੌਣ? ਇਹ ਰੋਜ਼ ਇਹਦੀ ਫਿਲਿੰਗ ਕਰਨੀ ਪੈਂਦੀ ਹੈ। ਗੱਡੀ ਮੋਟਰਸਾਈਕਲ ਰੋਜ਼ ਸਵੇਰੇ ਪੈਟਰੋਲ ਪੰਪ 'ਤੇ ਲਾਈਦਾ, ਜਾਂ ਜਦੋਂ ਵੀ ਖਾਲੀ ਹੋ ਜਾਂਦਾ ਲਾਈਦਾ, ਫਿਰ ਉਹ ਭਰ ਦਿੰਦੇ ਹੈ, ਪੈਸੇ ਦੇਈਦੇ ਅਤੇ ਚੱਲ ਪੈਂਦਾ। ਉਵੇਂ ਸਾਡੇ 'ਚ ਵੀ ਜਿਹੜਾ ਜੋਸ਼ ਹੈ ਨਾ, ਜਾਂ ਤਾਂ ਕੋਈ ਭਰਨ ਵਾਲਾ ਹੋਵੇ, ਔਰ ਆਮ ਤੌਰ 'ਤੇ ਭਰਨ ਵਾਲੇ ਲੋਕ ਘੱਟ ਮਿਲਦੇ ਆ, ਕੱਢਣ ਵਾਲੇ ਜ਼ਿਆਦਾ ਮਿਲਦੇ ਹੈ। ਅਤੇ ਫਿਰ ਭਰਨ ਵਾਲਾ ਕੌਣ ਹੈ? ਅਸੀਂ ਆਮ ਤੌਰ 'ਤੇ ਉਹਦੀ ਪਹਿਚਾਣ ਕਰਨ ਲਈ ਦੇਖਦੇ ਹਾਂ ਕਿ ਵੀ ਕੌਣ ਭਰੇਗਾ। ਸਾਰੇ ਕਹਿੰਦੇ ਹੈ, ਸਵੇਰੇ ਆਇਆ ਰੇਖਾ ਨੇ ਮੈਨੂੰ ਕੁਛ ਕਹਿ ਤਾ, ਫਿਰ ਆਇਆ ਮਨੀਸ਼ਾ ਨੇ ਕੁਛ ਕਹਿ ਤਾ, ਚਲੋ ਜਿਹੜੇ ਵੀ ਬਾਕੀ ਨੇ ਉਹ ਨਾਮ ਨਾ ਲਵਾਂ, ਗੁੱਸੇ ਹੋ ਜਾਣਗੇ। ਤਾਂ ਇਹਨਾਂ ਨੇ ਕੁਛ ਕਹਿ ਤਾ ਅਤੇ ਮੈਂ ਇਹਨਾਂ ਨੂੰ ਕੁਛ ਕਹਿ ਤਾ। ਇਹ ਘਰੇ ਜਾ ਕੇ ਵੀ ਸਰ ਨੇ ਅੱਜ ਮੈਨੂੰ ਐਂ ਕਹਿ ਤਾ। ਸਰ ਤਾਂ ਅਜੇ ਹੈ ਨਹੀਂ ਵੈਸੇ, ਪਰ ਇਹ ਨਾ ਕਹਿ ਦਿੰਦੇ ਆ, ਹੁਣ ਐਂ ਹੋ ਗਏ, ਐਂ ਕਹਿ ਦਿੰਦੇ ਆ, ਸਰ ਨੇ ਅੱਜ ਮੈਨੂੰ ਬਹੁਤ ਮਾੜਾ ਕਿਹਾ। ਮੈਂ ਤਾਂ ਸਵੇਰੇ ਹੀ ਜਾਂਦੇ ਹਾਂ ਸਰ ਨੂੰ ਪੁੱਛਣਾ, ਸਵੇਰੇ ਆਉਂਦਿਆਂ ਮੈਂ ਫਿਰ ਗੁੱਸੇ 'ਚ। ਇਹਨੇ ਕਿਸੇ ਨੇ ਵੀ ਜਿੰਦਾ ਗਲਾਸ ਖਾਲੀ ਹੋਇਆ ਉਹ ਮੇਰੇ ਕੋਲ ਆਇਆ, ਮੈਂ ਫਿਰ ਉਹਨੂੰ 4 ਸੁਣਾਈਆਂ। ਤਾਂ ਕਿਸੇ ਹੋਰ ਤੋਂ ਉਮੀਦ ਅਸੀਂ ਕਰਦੇ ਹਾਂ ਸਾਡੇ 'ਚ ਜੋਸ਼ ਭਰੇਗਾ। ਕਿਉਂ ਭਰੇਗਾ? ਅਸੀਂ ਖੁਦ ਭਰਾਂਗੇ। ਸਾਡੇ ਤੋਂ ਜ਼ਿਆਦਾ ਸਹੀ ਫੀਲਿੰਗ ਸਾਡੇ ਮਨ ਦੀ ਕੌਣ ਕਰੇਗਾ? ਜੋਸ਼ ਅਸੀਂ ਖੁਦ ਆਪਦੇ 'ਚ ਭਰਨਾ ਹੈ। ਉਹ ਜੋਸ਼ ਵਾਲੀ ਜਿਹੜੀ ਗੋਲੀ ਹੈ ਉਹ ਅਸੀਂ ਖੁਦ ਖਾਣੀ ਹੈ। ਜਿਵੇਂ ਅਸੀਂ ਸਰੀਰ 'ਚ ਕਮੀ ਵਿਟਾਮਿਨ ਦੀ, ਤਾਂ ਵਿਟਾਮਿਨ ਦੀ ਗੋਲੀਆਂ ਖਾਂਦੇ ਹਾਂ, ਆਇਰਨ ਦੀ ਕਮੀ ਤਾਂ ਆਇਰਨ ਦੀਆਂ ਗੋਲੀਆਂ ਖਾਂਦੇ ਹਾਂ। ਜੇ ਜੋਸ਼ ਦੀ ਕਮੀ ਹੈ ਤਾਂ ਜੋਸ਼ ਆਦੇ ਦਿਮਾਗ 'ਚ ਅਸੀਂ ਖੁਦ ਭਰਨਾ ਹੈ। ਉਹ ਜਿਹਨੂੰ ਤੁਸੀਂ ਮੰਨਦੇ ਹੋ, ਜਿਸ ਗੁਰੂ ਨੂੰ ਮੰਨਦੇ ਹੋ, ਜਿਸ ਧਰਮ ਨੂੰ ਮੰਨਦੇ ਹੋ, ਜਿਸ ਪੰਥ ਨੂੰ ਮੰਨਦੇ ਹੋ, ਜਿਹੜਾ ਵੀ ਤੁਹਾਡਾ ਤਰੀਕਾ ਹੈ, ਮੈਡੀਟੇਸ਼ਨ ਹੈ, ਕਿਸੇ ਨਾਲ ਗੱਲ ਕਰਨਾ ਹੈ, ਮਿਊਜ਼ਿਕ ਸੁਣਨਾ ਹੈ, ਕਿਸੇ ਨਾਲ ਕੋਈ ਸ਼ੇਅਰਿੰਗ ਕਰਨੀ ਹੈ, ਜੋ ਤੁਹਾਡਾ ਸਟਾਈਲ ਹੈ, ਜੇ ਤੁਸੀਂ ਉਹ ਰੋਜ਼ ਦਾ ਰੋਜ਼ ਭਰਦੇ ਹੋ ਤਾਂ ਫਿਰ ਤੁਸੀਂ ਟੀਚਰ ਬਣਨ ਦੇ ਯੋਗ ਹੋ। ਅਤੇ ਜੇ ਰੋਜ਼ ਦਾ ਖਾਲੀ ਲੈ ਕੇ ਸਕੂਲ ਆਉਂਦੇ ਹੋ ਤਾਂ ਫਿਰ ਨਹੀਂ, ਕਿਉਂਕਿ ਫਿਰ ਨੈਗੇਟਿਵਿਟੀ ਫੈਲਾਉਣਾ ਟੀਚਰ ਹੋਣਾ ਨਹੀਂ ਹੈ। ਆਪਦਾ ਗੁੱਸਾ, ਅਗਰ ਮੈਂ ਲਵਿਸ਼ ਨੂੰ ਕੁਛ ਕਹਿ ਤਾ, ਅਗਲੇ ਦਿਨ ਇਹਨੇ ਜਾ ਕੇ 2 ਮੁੰਡੇ ਕੁੱਟ ਦੇਣੇ। ਉਹਨਾਂ ਨੇ ਛੋਟਾ ਕੋਈ ਜਵਾਕ ਟੱਕਰ ਗਿਆ ਉਹਨੂੰ ਕੁੱਟ ਦੇਣਾ,
ਛੋਟੇ ਜਵਾਕ ਨੇ ਰੁੱਸ ਜਾਣਾ, ਰੋਟੀ ਨਹੀਂ ਖਾਣੀ ਹੈ, ਜਾਂ ਕੋਈ ਹੋਰ ਘਰੇ ਜਾ ਕੇ ਸ਼ਿਕਾਇਤ ਲਾਣੀ, ਉਹਨੇ ਫਿਰ ਮੇਰੇ ਕੋਲ ਆ ਜਾਣਾ। ਐਂ ਚੱਲਦੀ ਖੇਡ। ਤਾਂ ਇਸ ਕਰਕੇ ਜੋਸ਼ ਜਿਹੜਾ ਸਾਡਾ, ਮੁਸ਼ਕਲਾਂ ਆਉਂਦੀਆਂ, ਉਸ ਟੈਕਲ ਜਿਹਨੂੰ ਤੁਸੀਂ ਕਹਿ ਲਓ, ਇੱਕ ਦੂਜੇ ਨੂੰ ਅਸੀਂ ਡਾਂਟ ਦਿੰਦੇ ਹਾਂ, ਬੱਚੇ ਅੱਗੋਂ ਬੋਲ ਪੈਂਦੇ ਹੈ, ਕਈ ਵਾਰੀ ਘਰ ਦੇ ਸਾਥ ਨਹੀਂ ਦਿੰਦੇ, ਕਈ ਵਾਰੀ ਸਾਨੂੰ ਐਂ ਲੱਗਦਾ ਵੀ ਪ੍ਰਿੰਸੀਪਲ ਸਾਡੇ ਗਲ ਪੈ ਗਿਆ, ਇਹ ਤਾਂ ਫਾਲਤੂ ਕਹਿ ਗਿਆ, ਇੰਨਾ ਇਹਦਾ ਅਧਿਕਾਰ ਨਹੀਂ ਸੀ, ਇੰਨਾ ਕਹਿ ਗਿਆ, ਇੰਨਾ ਨਹੀਂ ਸੀ ਕਹਿਣਾ ਚਾਹੀਦਾ, ਜਾਂ ਮੇਰਾ ਕੁਲੀਗ ਜਿਹੜਾ ਉਹ ਮੈਨੂੰ ਐਂ ਕਿਉਂ ਕਹਿ ਗਿਆ, ਉਹਨੇ ਐਂ ਕਿਉਂ ਕਰਤਾ। ਕਰੀ ਇਸ ਗੱਲ 'ਤੇ ਦੁਖੀ ਹੋ ਜਾਂਦੇ, ਇਹਨੂੰ ਐਂ ਕਿਉਂ ਹੋ ਗਿਆ, ਇਹਦੀ ਗੱਲ ਕਿਉਂ ਕੀਤੀ, ਸਰ ਨੇ ਲਵਿਸ਼ ਦਾ ਹੀ ਨਾਂ ਕਿਉਂ ਲਿਆ, ਮੇਰਾ ਕਿਉਂ ਨਹੀਂ ਲਿਆ, ਜਦੋਂ ਕੁੱਟਣਾ ਸੀ ਉਦੋਂ ਮੇਰਾ ਲੈ ਤਾ, ਜਦੋਂ ਕੁਝ ਦੇਣਾ ਸੀ ਉਦੋਂ ਲਵਿਸ਼ ਦਾ ਲੈ ਤਾ। ਇੰਨੇ 'ਚ ਹੀ ਸਾਡਾ ਜੋਸ਼ ਦਾ ਗਲਾਸ ਖਾਲੀ ਹੋ ਜਾਂਦਾ। ਤਾਂ ਜੇ ਅਸੀਂ ਨਿੱਕੀ ਨਿੱਕੀ ਗੱਲ ਨੂੰ ਛੱਡ ਕੇ ਅਸੀਂ ਆਦਾ ਉਹ ਜੋਸ਼ ਕਾਇਮ ਰੱਖ ਸਕਾਂਗੇ ਤਾਂ ਜ਼ਰੂਰ ਐਸੇ ਟੀਚਰ ਡੇ ਮਨਾਉਣ ਦੇ ਹੱਕਦਾਰ ਰਹਾਂਗੇ, ਔਰ ਜ਼ਰੂਰ ਅਸੀਂ ਸਮਾਜ ਵਿੱਚ ਕੁਛ ਪਾ ਸਕਾਂਗੇ ਜਿਹੜਾ ਸਾਡਾ ਕੰਮ ਹੈ। ਤਾਂ ਚਲੋ ਜੀ, ਇੰਨਾ ਕੁ ਕਹਿੰਦਾ ਹੋਇਆ ਸਾਰਿਆਂ ਦਾ ਦੁਆਰਾ। ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਨੂੰ।